सत श्री अकाल जी। खालस टीवी देखने वाले सारे दर्शकों का बहुत बहुत स्वागत है। पंजाब दीयां खास खबरां दे खास बुलेटिन दे नाल मैं हरशरण कौर। अज 2 जुलाई है, दिन शुक्रवार है। खबरां दे विस्तार तो पहला तुहानूं खास खास खबरां दस दिंदे हां ते भी दस दईए कि अज दे दिन दा मौसम की रहेगा, वो असीं तुहानूं 9 वजे दे वैदर बुलेटिन दे विच दस्सांगे। सब तो पहली खबर है कि श्रोमणी अकाली दल दे प्रधान सुखबीर सिंह बादल खिलाफ एक दिन पहला ब्यास दरिया ते जिहड़ा छापा मारिया गया सी नाजायज माइनिंग दे खिलाफ, उस मसले दे विच परचा दर्ज किया गया है। सुखबीर सिंह बादल दे नाल जिन्ने भी लीडर अकाली दल दे मौजूद सन, विरसा सिंह वलटोहा सने सब खिलाफ परचा दर्ज किया गया है। सरकारी काम दे विच विघन पाउण दा दोष लाया गया है। परचा दर्ज करन तो बाद डॉक्टर दलजीत सिंह चीमा ने श्रोमणी अकाली दल दे वल्लों प्रतिक्रम दिंदिआं कहा है कि यह कैप्टन सरकार दी धक्केशाही है। माफिया गिरोह दे खिलाफ परचा दर्ज करन दी बजाय उन्होंने सुखबीर सिंह बादल दे खिलाफ परचा दर्ज करके यह साबित कर दिता है कि कैप्टन सरकार माफिया गिरोह नूं पालदी है। पंजाब दे विच बिजली दे संकट दरमियान मुख मंत्री कैप्टन अमरिंदर सिंह ने एक नवा फैसला लिया है कि अज तो सरकारी अदारे ने जिहड़े पंजाब दे विच जिन्ने भी सरकारी दफ्तर ने उन्हां दा समां घटा दिता गया है। सवेरे 8 वजे तो लैके दोपहरे 2 वजे तक सरकारी अदारे ने जिहड़े वो खोले जाणगे। इस दे नाल ही उन्होंने हड़ताली कामे ने जिहड़े उन्हां नूं अपील की है, जिहड़े पावरकॉम दे हड़ताल कर रहे कामे ने वो हड़ताल वापस लैके अपने काम दे उत्ते चले जाण तां जो लोकां नूं बेरोक बिजली दित्ती जा सके। कैप्टन ने कहा कि ਜਿਹੜੀਆਂ भी वड्डियां उद्योगिक इकाइयां ने जिथे वध ऊर्जा खपत हुंदी है, वध बिजली खपत हुंदी है, उन्हां दी सप्लाई बंद कर दित्ती जावे तां कि खेती खेतर नूं ਅਤੇ ਘਰਾਂ ਦੇ ਵਿੱਚ ਬਿਜਲੀ ਦਿੱਤੀ ਜਾ ਸਕੇ। ਪੰਜਾਬ ਦੇ ਵਿੱਚ ਕੱਲ ਵੱਖ-ਵੱਖ ਥਾਵਾਂ ਤੇ ਬਿਜਲੀ ਦੇ ਲੰਬੇ ਕੱਟਾਂ ਦੇ ਖਿਲਾਫ ਕਈ ਥਾਈਂ ਤੇ ਕਿਸਾਨਾਂ ਨੇ ਚੱਕਾ ਜਾਮ ਕੀਤਾ। ਆਮ ਲੋਕ ਵੀ ਕਿਸਾਨਾਂ ਦੇ ਸਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਿਲ ਹੋਏ। ਗਰਮੀ ਦੇ ਕਹਿਰ ਕਾਰਨ ਲੋਕਾਂ ਨੂੰ ਪਹਿਰ ਕੱਟਣੇ ਔਖੇ ਹੋਏ ਪਏ ਨੇ। ਕਿਸਾਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਾਵਰਕੌਮ ਦੇ ਦਫ਼ਤਰ ਘੇਰੇ ਅਤੇ ਮਲੇਰਕੋਟਲਾ ਲੁਧਿਆਣਾ ਸੜਕ ਜਾਮ ਕਰਨ ਤੇ ਫੈਕਟਰੀਆਂ ਨੂੰ ਸਪਲਾਈ ਬੰਦ ਕਰਨ ਦੀ ਚੇਤਾਵਨੀ ਦਿੱਤੀ। ਅਕਾਲੀ ਅਤੇ ਆਮ ਆਦਮੀ ਪਾਰਟੀ ਵੀ ਇਸ ਰੋਸ ਮੁਜ਼ਾਹਰੇ ਦੇ ਵਿੱਚ ਕੁੱਦ ਪਏ ਨੇ। ਅਕਾਲੀਆਂ ਦੇ ਵੱਲੋਂ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਬੋਰਡ ਦੇ ਦਫ਼ਤਰ ਘੇਰ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾ ਫਾਰਮ ਹਾਊਸ ਘੇਰਨ ਦਾ ਐਲਾਨ ਕੀਤਾ ਗਿਆ ਹੈ। ਗਰਮੀ ਦਾ ਕਹਿਰ ਵੀ ਪੰਜਾਬ ਦੇ ਵਿੱਚ ਬਾਦਸਤੂਰ ਜਾਰੀ ਹੈ। ਮੌਸਮ ਵਿਭਾਗ ਨੇ ਕਹਿ ਦਿੱਤਾ ਹੈ ਕਿ ਅਗਲੇ 1 ਹਫ਼ਤੇ ਤੱਕ ਪੰਜਾਬੀ, ਹਰਿਆਣਵੀ ਜਾਂ ਫਿਰ ਚੰਡੀਗੜ੍ਹ ਦੇ ਲੋਕ ਨੇ ਜਿਹੜੇ ਉਹ ਮੀਂਹ ਨੂੰ ਭੁੱਲ ਜਾਣ। ਅਗਲੇ 1 ਹਫ਼ਤੇ ਤੱਕ ਗਰਮੀ ਦਾ ਕਹਿਰ ਇਸੇ ਤਰ੍ਹਾਂ ਵਰਸਦਾ ਰਹੇਗਾ। ਗਰਮੀ ਦੇ ਕਹਿਰ ਦੇ ਨਾਲ ਪੰਜਾਬ ਦਾ ਬਿਜਲੀ ਸੰਕਟ ਹੈ ਜਿਹੜਾ ਉਹ ਵੀ ਬਹੁਤ ਵਧਿਆ ਹੋਇਆ। ਸੂਬਾ ਭਰ ਦੇ ਵਿੱਚ ਲੋਕਾਂ ਨੇ ਜਾਮ ਤੇ ਗ੍ਰਿਡ ਘੇਰ ਲਈ। ਕਈ ਥਾਵਾਂ ਤੇ ਗ੍ਰਿਡ ਦੇ ਅੰਦਰ ਵੜ ਕੇ ਲੋਕਾਂ ਨੇ ਭੰਨਤੋੜ ਵੀ ਕੀਤੀ। ਪੰਜਾਬ ਸਰਕਾਰ ਦਾ ਫੇਲੀਅਰ ਇੱਥੇ ਦਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਲੋੜੀਂਦੀ ਬਿਜਲੀ ਦੇ ਅਗਾਊਂ ਪ੍ਰਬੰਧ ਨਹੀਂ ਕੀਤੇ। ਕੈਨੇਡਾ ਦੇ ਵਿੱਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 600 ਤੋਂ ਟੱਪ ਗਈ ਹੈ। ਕੈਨੇਡਾ ਦੇ ਵਿੱਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ। ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਕਰਕੇ 486 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। ਮ੍ਰਿਤਕਾਂ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਸ਼ਾਮਿਲ ਨੇ। ਕੈਨੇਡਾ ਦੇ ਲੋਕ ਸਮੁੰਦਰਾਂ ਦੇ ਕੰਢਿਆਂ ਤੇ ਜਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਗਰਮੀ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। 26 ਜਨਵਰੀ ਦੀਆਂ ਲਾਲ ਕਿਲ੍ਹਾ ਘਟਨਾਵਾਂ ਦੇ ਸੰਬੰਧ ਦੇ ਵਿੱਚ ਜੁਗਰਾਜ ਸਿੰਘ, ਜਿਸ ਨੇ ਲਾਲ ਕਿਲ੍ਹੇ ਦੀ ਫਸੀਲ ਦੇ ਉੱਤੇ ਕੇਸਰੀ ਨਿਸ਼ਾਨ ਲਹਿਰਾਇਆ ਸੀ, ਉਸ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਜੁਗਰਾਜ ਸਿੰਘ ਨੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਦਿੱਲੀ ਦੀ ਅਦਾਲਤ ਨੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ 20 ਜੁਲਾਈ ਤੱਕ ਆਰਜ਼ੀ ਰਾਹਤ ਜੁਗਰਾਜ ਸਿੰਘ ਨੂੰ ਦਿੱਤੀ ਹੈ। ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਪਹੁੰਚੇ ਜੁਗਰਾਜ ਸਿੰਘ ਨੂੰ ਸ਼੍ਰੋਮਣੀ ਕਮੇਟੀ ਅਤੇ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜੁਗਰਾਜ ਸਿੰਘ ਨੇ ਇਸ ਮੌਕੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਕੋਈ ਪ੍ਰੋਗਰਾਮ ਨਿਰਧਾਰਿਤ ਨਹੀਂ ਸੀ, ਨਾ ਹੀ ਉਸਨੇ ਕਦੇ ਅਜਿਹਾ ਕਰਨ ਬਾਰੇ ਸੋਚਿਆ ਸੀ। ਜੁਗਰਾਜ ਸਿੰਘ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਜਿਹੜਾ ਰਾਹਾਂ ਦਾ ਪਤਾ ਨਾ ਹੋਣ ਕਰਕੇ ਅੱਗੇ ਦੀ ਅੱਗੇ ਵਧਦੇ ਗਏ ਤੇ ਲਾਲ ਕਿਲ੍ਹੇ ਤੇ ਪਹੁੰਚ ਗਏ, ਜਦਕਿ ਪਹਿਲਾਂ ਦੀ ਕੋਈ ਪਲੈਨਿੰਗ ਨਹੀਂ ਸੀ। ਕੱਲ ਡਾਕਟਰ ਦਿਵਸ ਦੇ ਮੌਕੇ ਪੰਜਾਬ ਦੇ ਡਾਕਟਰਾਂ ਨੇ ਇਸ ਦਿਨ ਨੂੰ ਕਾਲੇ ਦਿਨ ਦੇ ਵਜੋਂ ਮਨਾਇਆ। ਪੰਜਾਬ ਦੇ ਡਾਕਟਰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਵਿਰੋਧ ਕਰ ਰਹੇ ਨੇ ਅਤੇ ਤਿੱਖਾ ਸੰਘਰਸ਼ ਵਿੱਢਣ ਦੀ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ। ਕੱਲ ਵੀ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ OPD ਅਤੇ ਆਪਰੇਸ਼ਨ ਸੇਵਾਵਾਂ ਬੰਦ ਰਹੀਆਂ। ਹਾਲਾਂਕਿ ਬਾਕੀ ਸਾਰੀਆਂ ਸੇਵਾਵਾਂ ਚਾਲੂ ਰੱਖੀਆਂ ਗਈਆਂ। NPA ਵਿੱਚ ਕਟੌਤੀ ਤੇ ਭੱਤੇ ਬੰਦ ਕੀਤੇ ਜਾਣ ਦੇ ਖਿਲਾਫ ਰੋਹ ਇੰਨਾ ਵੱਧ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੇ ਵੱਲੋਂ ਕੈਪਟਨ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਜੌਲੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਿਹੜੀ ਵੱਡੀ ਘਟਨਾ ਵਾਪਰੀ ਹੈ, ਉਸ ਮਸਲੇ ਦੇ ਵਿੱਚ SGPC ਨੇ ਕੀ ਨਵੇਂ ਫੈਸਲੇ ਲਏ ਨੇ ਉਹ ਬੁਲੇਟਿਨ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ
ਸੁਖਦੇਵ ਸਿੰਘ ਢੀਂਡਸਾ ਵੀ ਇਸ ਪਿੰਡ ਦੇ ਵਿੱਚ ਪਹੁੰਚੇ ਅਤੇ ਢੀਂਡਸਾ ਨੇ ਮੰਗ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਢੀਂਡਸਾ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਤੋਂ ਫਾਸਟ ਟਰੈਕ ਰੂਲ ਦੇ ਰਾਹੀਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ। ਪੂਰੇ ਪੰਜਾਬ ਦੇ ਵਿੱਚ ਵਧਦੀ ਮਹਿੰਗਾਈ ਦੇ ਖਿਲਾਫ ਵੀ ਲਗਾਤਾਰ ਰੋਸ ਮੁਜ਼ਾਹਰੇ ਹੋ ਰਹੇ ਨੇ। ਕਿਸਾਨ ਵੀ ਇਹ ਰੋਸ ਮੁਜ਼ਾਹਰੇ ਕਰ ਰਹੇ ਨੇ। ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ ਪਟਿਆਲੇ ਦੇ ਵਿੱਚ ਵਪਾਰੀਆਂ ਨੇ ਕੱਲ ਮਹਿੰਗਾਈ ਦੇ ਖਿਲਾਫ ਖੱਚਰ ਰੇੜੇ ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਰਗ ਹੋਵੇ ਜਿਹੜਾ ਸੜਕਾਂ ਤੇ ਨਾ ਹੋਵੇ। ਅਧਿਆਪਕ ਵੀ ਸੜਕਾਂ ਤੇ ਹਨ। ਕੱਲ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਪੱਕਾ ਮੋਰਚਾ ਲਾਈ ਬੈਠੇ ਅਧਿਆਪਕਾਂ ਨੇ ਹੱਥਾਂ ਦੇ ਵਿੱਚ ਜੰਜੀਰਾਂ ਪਹਿਨ ਕੇ ਪ੍ਰਦਰਸ਼ਨ ਕੀਤਾ। ਅਧਿਆਪਕਾਂ ਨੇ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਮੋਹਾਲੀ ਦੇ ਵਿੱਚ ਵੀ ਕੱਚੇ ਅਧਿਆਪਕਾਂ ਅਤੇ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਲਗਾਤਾਰ ਜਾਰੀ ਹੈ। ਪਟਿਆਲੇ ਦੇ ਵਿੱਚ ਇੰਜੀਨੀਅਰਾਂ ਨੇ ਵੀ ਤਨਖਾਹ ਕਮਿਸ਼ਨ ਦੇ ਵਿਰੁੱਧ ਮੁਜ਼ਾਹਰੇ ਕੀਤੇ। ਤਨਖਾਹ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਜਤਾਇਆ। ਬਿਜਲੀ ਦੇ ਮਸਲੇ ਦੇ ਉੱਤੇ ਸਿੰਘੂ ਬਾਰਡਰ ਤੇ ਕੱਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ। ਕਿਸਾਨ ਲੀਡਰਾਂ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ 5 ਜੁਲਾਈ ਤੱਕ ਬਿਜਲੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ 6 ਜੁਲਾਈ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨਗੇ। ਗਾਜ਼ੀਆਬਾਦ ਦੇ ਵਿੱਚ ਕਿਸਾਨਾਂ ਤੇ ਬੀਜੇਪੀ ਦੇ ਕਾਰਕੁਨਾਂ ਦੀ ਜਿਹੜੀ ਝੜਪ ਹੋਈ ਸੀ, ਉਸ ਮਸਲੇ ਦੇ ਵਿੱਚ 200 ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ 200 ਦੇ ਕਰੀਬ ਕਿਸਾਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ, ਜਦਕਿ ਕਿਸਾਨਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ ਸੀ। ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਬੀਜੇਪੀ ਦੇ ਜਿਹੜੇ ਗੁੰਡੇ ਉਹਨਾਂ ਤੇ ਹਮਲਾ ਕਰਨ ਪਹੁੰਚੇ, ਜਿਨ੍ਹਾਂ ਨੇ ਸਟੇਜ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਪਰ ਪੁਲਿਸ ਨੇ ਇਕੱਲੇ ਕਿਸਾਨਾਂ ਦੇ ਉੱਤੇ ਕਾਰਵਾਈ ਕੀਤੀ ਹੈ। ਵਾਲਮੀਕ ਭਾਈਚਾਰਾ ਇੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਿਆ ਹੈ। ਮੋਰਚੇ ਦੇ ਲੀਡਰਾਂ ਨੇ ਕਾਰਵਾਈ ਨੂੰ ਇੱਕ ਪਾਸੜ ਕਰਾਰ ਦਿੱਤਾ ਹੈ। ਜਦੋਂ ਕਿਸਾਨਾਂ ਨੇ ਜ਼ਿਆਦਾ ਦਬਾਅ ਬਣਾਇਆ ਤਾਂ ਕੌਸੰਬੀ ਗਾਜ਼ੀਆਬਾਦ ਥਾਣੇ ਦੀ ਪੁਲਿਸ ਨੇ ਦਿੱਲੀ ਯੂਪੀ ਬਾਰਡਰ ਤੇ ਜਿਹੜੀ ਝੜਪ ਹੋਈ ਸੀ, ਉਹਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ। ਇਸੇ ਦਰਮਿਆਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਮੁੜ ਬਿਆਨ ਦਿੱਤਾ ਹੈ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਹਰ ਵਕਤ ਤਿਆਰ ਹਾਂ, ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਤੋਮਰ ਨੇ ਦਾਅਵਾ ਕੀਤਾ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਇਨਕਲਾਬੀ ਬਦਲਾਅ ਲੈ ਕੇ ਆਉਣਗੇ। ਕੱਲ ਕਿਸਾਨਾਂ ਨੇ ਬੀਜੇਪੀ ਲੀਡਰ ਅਸ਼ਵਨੀ ਸ਼ਰਮਾ ਦਾ ਕਾਫਲਾ ਘੇਰਿਆ ਗੜ੍ਹ ਸ਼ੰਕਰ ਦੇ ਵਿੱਚ। ਇੱਥੇ ਨੀਮ ਪਹਾੜੀ ਪਿੰਡ ਬੀਣੇਵਾਲ ਦੇ ਵਿੱਚ ਜਦੋਂ ਅਸ਼ਵਨੀ ਸ਼ਰਮਾ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਵੀ ਉੱਥੇ ਪਹੁੰਚ ਗਏ। ਪੁਲਿਸ ਨੇ ਬੜੀ ਮੁਸ਼ੱਕਤ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਫਲੇ ਨੂੰ ਉਸ ਦੀ ਮੰਜ਼ਿਲ ਵੱਲ ਤੋਰਿਆ। ਕੱਲ ਫਰੀਦਕੋਟ ਦੇ ਪਿੰਡ ਬਰਗਾੜੀ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਅਗਵਾਈ ਦੇ ਵਿੱਚ ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮਾਨ ਸਣੇ ਪੁਲਿਸ ਨੇ 40 ਹੋਰਾਂ ਨੂੰ ਕੱਲ ਹੀ ਹਿਰਾਸਤ ਦੇ ਵਿੱਚ ਲੈ ਲਿਆ। ਸਿਮਰਨਜੀਤ ਸਿੰਘ ਮਾਨ ਆਪਣੇ ਕਰੀਬ 200 ਸਾਥੀਆਂ ਸਮੇਤ ਦਾਣਾ ਮੰਡੀ ਪਹੁੰਚੇ, ਜਿੱਥੇ ਪਹਿਲਾਂ ਵੀ ਮੋਰਚਾ ਲੱਗਿਆ ਸੀ, ਤਾਂ ਪੁਲਿਸ ਵੀ ਉਸ ਵਕਤ ਪਹੁੰਚ ਗਈ। ਜਿਵੇਂ ਹੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਲੀਡਰ ਸਟੇਜ ਤੇ ਸੰਬੋਧਨ ਕਰਕੇ ਹਟੇ ਤਾਂ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਸੈਨਿਕ ਰੈਸਟ ਹਾਊਸ ਦੇ ਵਿੱਚ ਰੱਖਿਆ। ਮਾਨ ਤੇ ਉਹਨਾਂ ਦੇ 2 ਦਰਜਨ ਤੋਂ ਵੱਧ ਸਾਥੀਆਂ ਦੇ ਖਿਲਾਫ ਬਾਜਾਖਾਨਾ ਪੁਲਿਸ ਨੇ ਧਾਰਾ 188 ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਤਹਿਤ ਪਰਚਾ ਦਰਜ ਕੀਤਾ। ਹਿਰਾਸਤ ਵਿੱਚ ਲਏ ਗਏ ਸਾਰੇ ਲੀਡਰਾਂ ਨੂੰ ਪੁਲਿਸ ਨੇ ਦੇਰ ਸ਼ਾਮ ਜ਼ਮਾਨਤ ਤੇ ਰਿਹਾ ਕਰ ਦਿੱਤਾ ਸੀ। ਖਾਸ ਗੱਲ ਇਹ ਦੇਖਣ ਨੂੰ ਰਹੀ ਕਿ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਨੇ ਪਿਛਲੇ ਦਿਨੀ 1 ਜੂਨ ਨੂੰ ਮਾਨ ਦੇ ਨਾਲ ਐਲਾਨ ਕੀਤਾ ਸੀ ਕਿ ਜੇ 30 ਜੂਨ ਤੱਕ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ 1 ਜੁਲਾਈ ਨੂੰ ਅਸੀਂ ਇੱਥੇ ਮੁੜ ਤੋਂ ਧਰਨਾ ਲਾਵਾਂਗੇ, ਤਾਂ ਬਲਜੀਤ ਸਿੰਘ ਦਾਦੂਵਾਲ ਇਸ ਮੋਰਚੇ ਤੋਂ ਦੂਰ ਰਹੇ। ਧਿਆਨ ਸਿੰਘ ਮੰਡ, ਜਿਨ੍ਹਾਂ ਨੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਮੋਰਚਾ ਮੁੜ ਸ਼ੁਰੂ ਕਰਨ ਦੀ, ਉਹ ਵੀ ਕੱਲ ਵਾਲੇ ਮੋਰਚਾ ਸ਼ੁਰੂ ਕਰਨ ਦੇ ਪ੍ਰੋਗਰਾਮ ਤੋਂ ਦੂਰ ਹੀ ਦਿਸੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਫਰੀਦਕੋਟ ਦੀ ਅਪਡੇਟ ਦੇ ਦਿੰਦੇ ਹਾਂ। ਫਰੀਦਕੋਟ ਦਾ ਪਿੰਡ ਬਰਗਾੜੀ ਸਭ ਨੂੰ ਯਾਦ ਹੋਏਗਾ, ਜਿੱਥੇ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਉੱਥੇ ਬਰਗਾੜੀ ਮੋਰਚਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਕਿ ਮਾਨ ਦਲ ਤੇ ਹੋਰ ਸਿੱਖ ਜਥੇਬੰਦੀਆਂ ਨੇ ਮੁੜ ਸ਼ੁਰੂ ਕੀਤਾ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਸਿਰੋਪਾਓ ਦੇ ਕੇ ਸਿਮਰਨਜੀਤ ਸਿੰਘ ਮਾਨ ਨੇ ਮੋਰਚੇ ਤੇ ਦਿਨ ਰਾਤ ਡਟੇ ਰਹਿਣ ਦੇ ਲਈ ਤਾਕੀਦ ਕੀਤੀ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਇਹ ਜ਼ਿੰਮੇਵਾਰੀ ਨਿਭਾਉਣ ਦਾ ਜਿਹੜਾ ਹੈਗਾ ਉਹ ਵਾਅਦਾ ਕੀਤਾ ਤੇ ਕਿਹਾ ਕਿ ਮੈਂ ਇਸ ਮੋਰਚੇ ਤੇ ਦਿਨ ਰਾਤ ਡਟਿਆ ਰਹਾਂਗਾ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੋਰਚਾ ਸ਼ੁਰੂ ਕਰਨ ਦਾ ਕਾਰਨ ਹੈ 6 ਸਾਲਾਂ ਤੋਂ ਲਗਾਤਾਰ ਇਨਸਾਫ ਮੰਗ ਰਹੇ ਹਾਂ ਤੇ ਹੁਣ ਤੱਕ ਝੂਠੇ ਵਾਅਦੇ ਹੀ ਸਾਨੂੰ ਮਿਲ ਰਹੇ ਨੇ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 2 ਵਜ਼ੀਰ ਬਰਗਾੜੀ ਦੇ ਮੋਰਚੇ 'ਚ ਭੇਜੇ ਸੀ। ਵਾਅਦੇ ਕੀਤੇ ਸੀ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ। ਕਈ ਵਾਅਦੇ ਉਹਨਾਂ ਨੇ ਸਟੇਜ ਤੇ ਸਾਡੇ ਨਾਲ ਕੀਤੇ ਸੀ, ਪਰ ਕੋਈ ਵੀ ਵਾਅਦਾ ਨਹੀਂ ਪੁਗਾਇਆ। ਅਸੀਂ ਅੱਜ ਤੱਕ ਉਡੀਕ ਹੀ ਕਰ ਰਹੇ ਹਾਂ। ਨਾ ਕੈਪਟਨ ਨੇ ਤੇ ਨਾ ਕੈਪਟਨ ਦੀ ਸਰਕਾਰ ਨੇ ਡੱਕਾ ਨਹੀਂ ਤੋੜਿਆ। ਸਾਡੀ ਗੱਲ ਮੰਨੀ ਨਹੀਂ ਜਾ ਰਹੀ, ਇਸ ਕਰਕੇ ਮਜਬੂਰ ਹਾਂ ਮੁੜ ਤੋਂ ਇੱਥੇ ਮੋਰਚਾ ਲਾਉਣ ਦੇ ਲਈ। ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕਰ ਹੀ ਰਹੇ ਸਨ ਕਿ ਪੁਲਿਸ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਕਰੀਬ 2 ਦਰਜਨ ਸਾਥੀਆਂ ਨੂੰ गिरफ्तार कर लिया। जैतो दे पिंड बरगाड़ी तो हिरासत दे विच लिया। जांदे जांदे मान मीडिया नूं इह कह के गए कि बरगाड़ी मोर्चा चलदा रहूगा, मैनूं भावें जेल दे विच डक देण पर इह इसे तरह चलेगा। इस दरमियान उन्हां दे समर्थकां ने ते उत्थे हाज़र सिखां ने बादल सरकार, कांग्रेस सरकार मुर्दाबाद दे नारे भी लाए। दरअसल सिमरनजीत सिंह मान ने 1 जून नूं पिंड बरगाड़ी दे विच जनतक इकट्ठ जदों कीता गया सी, बरगाड़ी बेअदबी कांड दी बरसी मनाई गई सी, तां उस दरमियान सरकार नूं चेतावनी दित्ती सी कि 30 जून तक जे तुसीं मुलजमां नूं ना फड़िया तां असीं इत्थे बरगाड़ी मोर्चा मुड़ तो शुरू करांगे। इस दे तहत वो फरीदकोट दे विच 1 जुलाई नूं अपने साथियां समेत पुराने मोर्चे वाली थां दाणा मंडी पहुंचे, धरना शुरू कर दिता। पर बाद दोपहर पुलिस ने कार्रवाई करदिआं मान ते उन्हां दे साथियां नूं गिरफ्तार कर लिया। गिरफ्तार व्यक्तियों में जसकरण सिंह, कान सिंह वाला, महेंद्र सिंह समेत कई सीनियर लीडर शामिल सिगे। उन्होंने गिरफ्तार करने तो बाद फरीदकोट लिजाया गया। उन्होंने दी गिरफ्तारी तो बाद कुछ नौजवानों ने उत्थे बैठने की कोशिश की, पर पुलिस ने उन्होंने भी हिरासत विच लै लिया। सारा टेंट उत्थों पुट के सुट दिता, दरियां वगैरह चक दित्तियां। पुलिस ने उत्थों धरना लाउण दी सारी कार्रवाई है जिहड़ी वो हटा दित्ती। दरअसल 1 जून नूं जिहड़ा हैगा बरगाड़ी पिंड दे विच 6ਵੀਂ बरसी है जिहड़ी ओह मनाई गई, सोग दिवस दे वजों मनाई गई। उदों मान ने ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੋਵਾਂ ਨੇ 1 ਜੁਲਾਈ ਤੋਂ ਮੁੜ ਤੋਂ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। इस लिए प्रशासन दे वल्लों सख्त सुरक्षा के इंतजाम किए गए सी। 1 दिन पहला ही 30 जून की शाम नूं ही जदों सिख जथेबंदियां दी उत्थे सरगर्मी शुरू हुई तां पुलिस ने 40 राह बंद कर दिते सी, 40 राहां ते नाके ला दिते सी ताकि सिख उत्थे पहुंच ना सकण। फरीदकोट जिले के SSP ने ADGP कानून ते व्यवस्था नूं चिट्ठी भी भेजी ते लिखिया कि 30 जून ते 1 जुलाई की रात नूं पंथक मोर्चा अपना अनमिथे समय का धरना इत्थे मुड़ तो शुरू कर सकदा है। सिख आगुआं ने आम संगत ते होर सिख संगत नूं अपीलां कीतियां ने कि ओह बरगाड़ी मोर्चे विच आके शामिल होण। SSP ने चिट्ठी 'ਚ ਵੀ ਲਿਖਿਆ ਕਿ ਜਿਹੇ ਹਾਲਾਤਾਂ ਨਾਲ ਸਿੱਝਣ ਲਈ ਸਾਨੂੰ ਵਧੇਰੇ ਪੁਲਿਸ ਬਲਾਂ ਦੀ ਲੋੜ ਪਵੇਗੀ। ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। SSP ने इस हालात नाल नजिठण दे लई 25 ARP टीमां ते 5 कमांडो कंपनियां भी मंगियां। 2018 दे विच इस तो पहलां सिख जथेबंदियां ने इसे थां ते दाणा मंडी दे विच मोर्चा लाया सी, बरगाड़ी इंसाफ मोर्चा, जिहड़ा कि 193 दिनां तक चलदा रहा सी, यानी कि लगभग 6 महीने तक चलदा रहा। दसंबर 2018 दे विच जाके बरगाड़ी मोर्चा बिना किसी प्राप्ति तो खत्म कर दिता गया सी। उदों कांग्रेस के 2 कैबिनेट मंत्री तृप्तरजिंदर सिंह बाजवा ते सुखजिंदर सिंह रंधावा मोर्चे विच पहुंचे सी। उन्होंने ऐलान किया सी कि असीं तुहाडीआं सारीआं मंगां मंनदे हां। उदों सिखां दे विच पंथक हलकिआं दे विच बरगाड़ी मोर्चे नूं खत्म कीते जाण करके खास तौर ते ध्यान सिंह मंड होना दी काफ़ी आलोचना हुई सी। उस तो बाद हुण पिछले दिनी ध्यान सिंह मंड ने अकाल तख्त साहब जाके अपनी भुल बख्शाई, कहा कि सानू दोबारा बल बख्शो, असीं उदों मोर्चा खत्म करके गलती कीती सी। पर हुण जिहड़ा 1 जुलाई नूं उत्थे मोर्चा शुरू किया जाना सी, उहदे विच ध्यान सिंह मंड नज़र नहीं आए। इस दरमियान खबर मिल रही है कि पिछले दिनी संगरूर जिले के भवानीगढ़ नेड़ले पिंड जौलियां दे विच जिहड़ी श्री गुरु ग्रंथ साहिब जी की बेअदबी की घटना वापरी, अग ला के पवित्र सरूप नूं साड़ दिता गया सी। उस मसले दे विच SCBC प्रधान बीबी जगीर कौर ने एक वड्डा फैसला सुनाया है। जौलियां दे गुरु घर दे विच जिहड़ा हैगा ओह कई सेवावां प्रदान करन दा जिहड़ा ऐलान किया। श्रोमणी कमेटी ने गुरुद्वारा साहिब की मुरम्मत लई 10 लाख रुपए का ऐलान किया है। श्री गुरु ग्रंथ साहिब जी का सरूप बाहर कढ़न वाले 6 नौजवानों नूं 13-13 हज़ार रुपए एक हल्लाशेरी दे वजों दिते ने। पिंड जौलियां दे नौजवानों नूं श्रोमणी कमेटी दे विच भर्ती करके पिंड दे ही गुरुद्वारा साहिब की सांभ संभाल दे लई तैनात करन दा ऐलान किया गया। पुलिस प्रशासन नूं बेअदबी दे दोषियों खिलाफ UAPA अधीन कार्रवाई करन दे लई भी दबाਅ पाउण दी गल कही गई है। हुण गल करांगे पंजाब दे विच डूंगे हुंदे बिजली संकट दी। बिजली संकट इस कदर डूंगा हो गया कि पंजाब राज पावर कारपोरेशन लिमिटेड ने पंजाब दे सरकारी जनतक खेतर दे दफ्तरां नूं अपील कीती है कि वो बिजली दी वरतों सही तरीके नाल करन ते 3 जुलाई तक AC बंद रखण।
ਨਿਗਮ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਮੌਨਸੂਨ ਵੀ ਦੇਰੀ ਨਾਲ ਆਵੇਗੀ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਦਾ 1 ਯੂਨਿਟ ਬੰਦ ਹੋਇਆ, ਇਸ ਕਰਕੇ ਬਿਜਲੀ ਸੰਕਟ ਪੈਦਾ ਹੋ ਗਿਆ। ਗਰਮੀ ਕਾਰਨ ਬਿਜਲੀ ਦੀ ਮੰਗ 14,500 ਮੈਗਾਵਾਟ ਤੋਂ ਵੀ ਵੱਧ ਗਈ ਹੈ। ਇਸ ਲਈ ਸਰਕਾਰੀ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨ ਦੇ ਵਿੱਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਨੂੰ PSPCL ਨੇ ਅਪੀਲ ਕੀਤੀ ਹੈ ਕਿ ਉਹ ਆਪਣੇ ਦਫ਼ਤਰਾਂ ਤੇ ਵਪਾਰਿਕ ਕੇਂਦਰਾਂ ਦੇ ਵਿੱਚ ਲਾਈਟਾਂ, ਡਿਵਾਈਸਾਂ ਤੇ ਉਪਕਰਨਾਂ ਨੂੰ ਬੰਦ ਕਰਕੇ ਬਿਜਲੀ ਦੀ ਸਹੀ ਵਰਤੋਂ ਕਰਨ। ਅਗਲੇ 3 ਦਿਨਾਂ ਲਈ 에ਅਰ ਕੰਡੀਸ਼ਨਰ ਨਾ ਚਲਾਏ ਜਾਣ, ਯਾਨੀ ਕਿ AC ਨਾ ਚਲਾਏ ਜਾਣ, ਲੋੜ ਨਾ ਪੈਣ ਤੇ ਲਾਈਟਾਂ ਵੀ ਬੰਦ ਰੱਖੀਆਂ ਜਾਣ। ਇਸੇ ਦਰਮਿਆਨ ਖੇਤੀਬਾੜੀ ਸੈਕਟਰ ਦੇ ਵਿੱਚ ਬਿਜਲੀ ਦੀ ਮੰਗ ਵਧਣ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਸਨਅਤਾਂ ਵੀ 2 ਦਿਨਾਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ ਨੇ। ਵੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਉਦਯੋਗਿਕ ਇਕਾਈਆਂ 2 ਦਿਨਾਂ ਦੇ ਲਈ ਬੰਦ ਰਹਿਣਗੀਆਂ ਕਿਉਂਕਿ ਬਿਜਲੀ ਨਹੀਂ ਹੈ। ਬਿਜਲੀ ਦੀ ਮੰਗ ਤੇ ਸਪਲਾਈ ਵਿੱਚ ਪਾੜੇ ਕਾਰਨ ਸੂਬੇ ਦੇ ਕੇਂਦਰੀ ਜ਼ੋਨ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਖੰਨਾ, ਅਮਲੋਹ ਤੇ ਸਰਹੰਦ, ਉੱਤਰੀ ਜ਼ੋਨ ਜਲੰਧਰ, ਫਗਵਾੜਾ ਤੇ ਹੁਸ਼ਿਆਰਪੁਰ ਦੇ ਵਿੱਚ ਸਥਿਤ ਉਦਯੋਗਾਂ ਨੂੰ ਆਪੋ ਆਪਣੇ ਯੂਨਿਟ ਬੰਦ ਕਰਨ ਦੇ ਲਈ ਕਹਿ ਦਿੱਤਾ ਗਿਆ। 1 ਜੁਲਾਈ ਬਾਅਦ ਦੁਪਹਿਰ 2 ਵਜੇ ਤੋਂ 48 ਘੰਟਿਆਂ ਦੇ ਲਈ ਇਹ ਬੰਦ ਕੀਤੀਆਂ ਗਈਆਂ ਨੇ। ਹਾਲਾਂਕਿ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਸ਼ਾਮ 4 ਵਜੇ ਤੋਂ ਬੰਦ ਕੀਤੀਆਂ ਗਈਆਂ ਨੇ। ਸਨਅਤੀ ਇਕਾਈਆਂ ਹੁਣ ਸ਼ਨੀਵਾਰ ਦੁਪਹਿਰੇ 2 ਵਜੇ ਤੋਂ ਬਾਅਦ ਹੀ ਚਾਲੂ ਹੋਣਗੀਆਂ। ਇਹਨਾਂ ਖੇਤਰਾਂ ਦੇ ਵਿੱਚ ਸੂਬੇ ਦੀਆਂ 90% ਉਦਯੋਗਿਕ ਇਕਾਈਆਂ ਨੇ। ਹੁਣ ਆਪਾਂ ਸੋਚ ਸਕਦੇ ਹਾਂ ਕਿ ਬਿਜਲੀ ਦੇ ਇਸ ਸੰਕਟ ਦੇ ਨਾਲ ਉਦਯੋਗਾਂ ਨੂੰ ਵੀ ਕਿੰਨਾ ਵੱਡਾ ਘਾਟਾ ਪਏਗਾ। 2 ਦਿਨਾਂ ਦੇ ਵਿੱਚ 48 ਘੰਟਿਆਂ ਦੇ ਵਿੱਚ ਜੇ ਸਾਰਾ ਬੰਦ ਕੰਮ ਰੋਕ ਦਿੱਤਾ ਜਾਵੇ ਤਾਂ ਬਹੁਤ ਜਿਹੜਾ ਘਾਟਾ ਪੈਂਦਾ ਹੈ, ਕੰਮ ਪਿੱਛੇ ਰਹਿ ਜਾਂਦਾ ਹੈ। ਇਸੇ ਦਰਮਿਆਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਸਿੰਘੂ ਬਾਰਡਰ ਤੇ ਪ੍ਰੈਸ ਕਾਨਫਰੰਸ ਕਰਕੇ ਇਸੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਅਲਟੀਮੇਟਮ ਜਾਰੀ ਕੀਤਾ ਹੈ। ਕਿਸਾਨਾਂ ਨੇ ਕੈਪਟਨ ਸਰਕਾਰ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ 5 ਜੁਲਾਈ ਤੱਕ ਬਿਜਲੀ ਨਹੀਂ ਛੱਡਦੀ ਸਰਕਾਰ, ਪਾਣੀ ਖੇਤਾਂ ਨੂੰ ਨਹੀਂ ਪਹੁੰਚਦਾ ਹੁੰਦਾ ਤਾਂ 6 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲੇ ਦੇ ਵਿੱਚ ਮੋਤੀ ਮਹਿਲ ਦਾ ਘਿਰਾਓ ਕਰਾਂਗੇ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਰੀ-ਵਾਰੀ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ। ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬਾਅਦ ਵਿੱਚ ਸਰਕਾਰ ਨੂੰ ਫਸਲ ਨਾ ਖਰੀਦਣੀ ਪਵੇ। ਕਿਸਾਨ ਲੀਡਰਾਂ ਨੇ ਪਾਣੀ ਦੀ ਸਪਲਾਈ ਕਿਸਾਨਾਂ ਤੱਕ ਪਹੁੰਚਾਉਣ ਦੀ ਮੰਗ ਕੀਤੀ ਹੈ। ਕਿਹਾ ਕਿ ਸਰਕਾਰ ਟੇਢੇ ਢੰਗ ਦੇ ਨਾਲ ਕਿਸਾਨਾਂ ਨੂੰ ਦਿੱਤੀਆਂ ਰਿਆਇਤਾਂ ਵਾਪਸ ਲੈ ਰਹੀ ਹੈ, ਯਾਨੀ ਕਿ ਹੁਣ ਮੋਦੀ ਸਰਕਾਰ ਦੇ ਨਾਲ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਵਿਰੋਧ ਵੀ ਸ਼ੁਰੂ ਹੋ ਚੁੱਕਿਆ। ਹਰਿਆਣਾ ਦੇ ਵਿੱਚ ਤਾਂ ਕਿਸਾਨ ਪਹਿਲਾਂ ਤੋਂ ਹੀ ਹਰਿਆਣੇ ਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ। ਪੰਜਾਬ ਦੇ ਵਿੱਚ ਵੱਡੇ ਬਿਜਲੀ ਦੇ ਕੱਟ ਲੱਗ ਰਹੇ ਨੇ, ਬਿਨਾਂ ਦੱਸੇ ਬਿਜਲੀ ਦੇ ਕੱਟ ਲਾਏ ਜਾ ਰਹੇ ਨੇ, ਅਣਐਲਾਨੇ ਕੱਟ ਲਾਏ ਜਾ ਰਹੇ ਨੇ ਤੇ ਬਿਜਲੀ ਸੰਕਟ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਦੇ ਵੱਡੇ ਕੱਟ ਲਾਏ ਜਾ ਰਹੇ ਨੇ। ਅਣਐਲਾਨੇ ਕੱਟ, ਇੰਨੇ ਲੰਬੇ ਕੱਟ ਕਿ ਲੋਕ ਭੱਠ ਤਪਦੇ ਪੰਜਾਬ ਦੇ ਵਿੱਚ ਹੁਣ ਇਹਨਾਂ ਕੱਟਾਂ ਤੋਂ ਪਰੇਸ਼ਾਨ ਹੋ ਕੇ ਸੜਕਾਂ ਤੇ ਨਿਕਲ ਆਏ ਨੇ। ਲੋਕ ਕੈਪਟਨ ਸਰਕਾਰ ਦੇ ਖਿਲਾਫ ਡਟ ਗਏ ਨੇ। ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਿਰਫ 4 ਤੋਂ 5 ਘੰਟੇ ਹੀ ਬਿਜਲੀ ਖੇਤਾਂ ਨੂੰ ਮਿਲ ਰਹੀ ਹੈ ਤੇ ਉਹ ਵੀ ਵੰਡ ਕੇ ਦਿੱਤੀ ਜਾ ਰਹੀ ਹੈ, ਕੱਟ ਕੇ, ਯਾਨੀ ਕਿ ਲਗਾਤਾਰ ਬਿਜਲੀ ਨਹੀਂ ਦਿੱਤੀ ਜਾ ਰਹੀ। ਘਰੇਲੂ ਬਿਜਲੀ ਤਾਂ ਸਾਰੀ ਰਾਤ ਨਹੀਂ ਮਿਲ ਰਹੀ। ਪੰਜਾਬ ਸਰਕਾਰ 3 ਪ੍ਰਾਈਵੇਟ ਥਰਮਲ ਪਲਾਂਟਾਂ ਨੂੰ 20,000 ਕਰੋੜ ਰੁਪਏ ਦੀ ਫਿਕਸਡ ਰਾਸ਼ੀ ਅਦਾ ਵੀ ਕਰ ਰਹੀ ਹੈ। ਇਸ ਦੇ ਬਾਵਜੂਦ ਵੀ ਬਿਜਲੀ ਨਹੀਂ ਮਿਲ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਵਿਭਾਗ ਨੂੰ 500 ਕਰੋੜ ਰੁਪਏ ਕਿਤੋਂ ਬਚਾ ਕੇ ਹੋਰ ਬਿਜਲੀ ਖਰੀਦਣ ਦੀ ਗੱਲ ਕਹੀ ਹੈ। ਇਸ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਦੇ ਮੁੱਦੇ ਦੇ ਉੱਤੇ ਤੁਰੰਤ ਹੈ ਜਿਹੜੀ ਉਹ ਬੈਠਕ ਸੱਦੀ ਹੈ। ਇੱਕ ਹੰਗਾਮੀ ਬੈਠਕ ਹੈ ਜਿਹੜੀ ਉਹ ਸੱਦੀ ਗਈ ਹੈ, ਐਮਰਜੈਂਸੀ ਮੀਟਿੰਗ ਸੱਦੀ ਹੈ ਬਿਜਲੀ ਬੋਰਡ ਦੇ ਅਫਸਰਾਂ ਦੇ ਨਾਲ। ਉਸ ਮੀਟਿੰਗ ਦੇ ਵਿੱਚੋਂ ਹੁਣ ਕੀ ਐਲਾਨ ਆਉਣਗੇ ਇਸ ਬਾਰੇ ਵੀ ਅਸੀਂ ਜਾਣਕਾਰੀ ਦੇਵਾਂਗੇ ਜਦੋਂ ਮੀਟਿੰਗ ਦਾ ਕੋਈ ਨਤੀਜਾ ਬਾਹਰ ਆਏਗਾ। ਲੰਬੇ ਬਿਜਲੀ ਕੱਟਾਂ ਤੋਂ ਪੰਜਾਬ ਦੀ ਜਨਤਾ ਤਰਾ ਕਰ ਰਹੀ ਹੈ ਤੇ ਆਮ ਲੋਕ ਨੇ ਜਿਹੜੇ ਉਹ ਕੈਪਟਨ ਸਰਕਾਰ ਤੋਂ ਹੁਣ ਕਾਫੀ ਔਖੇ ਭਾਰੇ ਹੋ ਰਹੇ ਨੇ। ਅਜਿਹੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਜਿਹੜਾ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਹੈ ਉਹ ਕਾਫੀ ਲਾਹਾ ਖੱਟ ਸਕਦਾ ਹੈ। ਅਰਵਿੰਦ ਕੇਜਰੀਵਾਲ ਨੇ ਜਿਵੇਂ ਹੀ ਇਹ ਐਲਾਨ ਕੀਤਾ ਉਸ ਤੋਂ ਬਾਅਦ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ, ਯਾਨੀ ਕਿ ਸਮਾਂ ਹੈਗਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਖੇਮੇ ਦੇ ਵਿੱਚ ਭੁਗਤ ਰਿਹਾ ਹੈ। ਬਿਜਲੀ ਕੱਟਾਂ ਤੋਂ ਪਰੇਸ਼ਾਨ ਹੁਸ਼ਿਆਰਪੁਰ ਦੇ ਲੋਕਾਂ ਨੇ ਹਿਮਾਚਲ ਦੇ ਊਨਾ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਮੋਗਾ ਲੁਧਿਆਣਾ ਹਾਈਵੇ ਵੀ ਜਾਮ ਕਰ ਦੇਣਗੇ। ਇਸੇ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਤੋਂ ਖਬਰ ਆਈ ਜਿੱਥੇ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਬਿਜਲੀ ਗ੍ਰਿਡ ਦੇ ਅੰਦਰ ਹੀ ਪਹੁੰਚ ਗਏ। ਵੱਡੀ ਗਿਣਤੀ ਵਿੱਚ ਇਕੱਠੇ ਹੋਏ 3 ਪਿੰਡਾਂ ਦੇ ਲੋਕਾਂ ਨੇ ਗ੍ਰਿਡ ਦੇ ਮੇਨ ਗੇਟ ਅਤੇ ਇਮਾਰਤ ਦੇ ਨਾਲ ਕੈਬਿਨ ਦੇ ਸ਼ੀਸ਼ੇ ਵੀ ਭੰਨ ਦਿੱਤੇ। ਬਿਜਲੀ ਮੁਲਾਜ਼ਮਾਂ ਦੇ ਵਿੱਚ ਭੰਨਤੋੜ ਨੂੰ ਲੈ ਕੇ ਕਾਫੀ ਰੋਸ ਪਾਇਆ ਗਿਆ ਅਤੇ ਲੋਕਾਂ ਦੇ ਖਿਲਾਫ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਸੇ ਤਰ੍ਹਾਂ ਮਾਲਵਾ ਹੋਵੇ ਜਾਂ ਮਾਝਾ ਜਾਂ ਫਿਰ ਦੁਆਬਾ, ਸਾਰੇ ਇਲਾਕਿਆਂ ਦੇ ਵਿੱਚ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਨੇ। ਅੰਤਾਂ ਦੀ ਗਰਮੀ ਦੇ ਵਿੱਚ ਮਜਬੂਰੀ ਦੇ ਵਿੱਚ ਲੋਕਾਂ ਨੂੰ ਸੜਕਾਂ ਤੇ ਬਹਿ ਕੇ, ਤੱਤੀਆਂ ਸੜਕਾਂ ਤੇ ਬਹਿ ਕੇ ਧਰਨੇ ਦੇਣੇ ਪੈ ਰਹੇ ਨੇ। ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਮੋਹਾਲੀ ਤੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਣਐਲਾਨੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਮੁਜ਼ਾਹਰੇ ਕੀਤੇ। PSPCL ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੇਨੂ ਪ੍ਰਸਾਦ ਨੇ ਕਿਹਾ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਕਾਰਨ ਤੇ ਵੱਧਦੀ ਗਰਮੀ ਦੇ ਕਾਰਨ ਬਿਜਲੀ ਦੀ ਮੰਗ ਵੱਧ ਗਈ ਹੈ। ਕਹਿੰਦੇ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਬੇਨਤੀ ਕੀਤੀ ਹੈ ਕਿ ਉਹ ਉਤਪਾਦਨ ਨੂੰ ਵਧਾਏ ਤਾਂ ਜੋ ਸਾਰੇ ਖਪਤਕਾਰਾਂ ਨੂੰ ਬਿਜਲੀ ਹੈ ਜਿਹੜੀ ਉਹ ਬੇਰੋਕ ਦਿੱਤੀ ਜਾ ਸਕੇ। ਇਸੇ ਦਰਮਿਆਨ ਸਿਆਸੀ ਧਿਰਾਂ ਨੇ ਵੀ ਆਪਣੀਆਂ ਕਮਰਾਂ ਕੱਸ ਲਈਆਂ ਨੇ। ਕੈਪਟਨ ਸਰਕਾਰ ਨੂੰ ਖਿੱਚਣ ਦੇ ਲਈ ਇਸ ਮਸਲੇ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਦੇ ਵਿੱਚ 2 ਜੁਲਾਈ ਨੂੰ ਬਿਜਲੀ ਕੱਟਾਂ ਦੇ ਖਿਲਾਫ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਸੂਬਾ ਪੱਧਰੀ ਪ੍ਰਦਰਸ਼ਨ ਕੀਤੇ ਜਾਣਗੇ। ਬਿਜਲੀ ਸੰਕਟ ਤੇ ਕੈਪਟਨ ਸਰਕਾਰ ਨੂੰ ਘੇਰਨ ਦੇ ਲਈ ਪੰਜਾਬ ਦੇ ਸਾਰੇ ਬਿਜਲੀ ਬੋਰਡ ਦਫ਼ਤਰਾਂ ਦੇ ਬਾਹਰ ਅਕਾਲੀ ਦਲ ਨੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਜਨਤਾ ਇਸ ਵੇਲੇ ਬਿਜਲੀ ਕਰਕੇ ਤਰਾ-ਤਰਾ ਕਰ ਰਹੀ ਹੈ। ਝੋਨੇ ਦੀ ਲਵਾਈ ਹੋ ਰਹੀ ਹੈ, ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਬਿਜਲੀ ਨਹੀਂ। ਘਰਾਂ ਦੇ ਵਿੱਚ ਸਾਰੇ ਦਿਨ ਦੇ ਜਿਹੜੇ ਕੱਟ ਲੱਗ ਰਹੇ ਆ ਔਰ ਲੋਕੀ ਜਿਹੜੇ ਆ ਰਾਤਾਂ ਨੂੰ ਸੜਕਾਂ ਦੇ ਉੱਤੇ ਧਰਨੇ ਦੇਣ ਵਾਸਤੇ ਜਿਹੜੇ ਆ ਉਹ ਮਜਬੂਰ ਆ। ਹਸਪਤਾਲਾਂ ਦੇ ਵਿੱਚ ਬਿਜਲੀ ਕਰਕੇ ਜਿਹੜੇ ਆ ਮਰੀਜ਼ ਜਿਹੜੇ ਆ ਉਹ ਤੜਫਾ ਰਹੇ। ਪਰ ਮੁੱਖ ਮੰਤਰੀ ਸਾਹਿਬ ਆਪਣੇ MLA ਦੇ ਨਾਲ ਸ਼ਾਹੀ ਲੰਚ ਕਰ ਰਹੇ ਆ ਔਰ ਬਾਕੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਉਹ ਦਿੱਲੀ ਦੇ ਵਿੱਚ ਮੀਟਿੰਗਾਂ ਕਰਕੇ ਤੇ ਦੂਜੀਆਂ ਪਾਰਟੀਆਂ ਦੇ ਖਿਲਾਫ ਸਾਜ਼ਿਸ਼ਾਂ ਘੜਨ ਦੇ ਵਿੱਚ ਬਿਜ਼ੀ ਹੈ। ਕੱਲ੍ਹ ਇਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਹਲਕੇ ਦੇ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕੁਝ ਥਾਵਾਂ 'ਤੇ ਅੱਜ ਕੀਤੇ ਜਾ ਰਹੇ ਆ, ਕੁਝ 'ਤੇ ਕੱਲ੍ਹ ਹੋਏ ਆ। ਜਿੱਥੇ ਰਹਿ ਗਏ ਆ ਉੱਥੇ ਸਾਰੇ ਹਲਕਿਆਂ ਦੇ ਵਿੱਚ ਕੱਲ੍ਹ 11 ਤੋਂ ਲੈ ਕੇ 11 ਵਜੇ ਸਾਰੇ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਦੇ ਬੋੜੇ ਕੰਨਾਂ ਤੱਕ ਪਹੁੰਚ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬ ਦੇ ਵਿੱਚ ਬਿਜਲੀ ਕੱਟ ਨੂੰ ਲੈ ਕੇ ਟਵੀਟ ਕੀਤਾ ਕਿਹਾ ਕਿ ਬਿਜਲੀ ਦੇ ਲੰਮੇ ਕੱਟ ਲਾ ਕੇ ਕੈਪਟਨ ਸਰਕਾਰ ਝੋਨੇ ਦੀ ਬਿਜਾਈ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਨਾ ਦੇਣ ਦੇ ਬਹਾਨੇ ਬਣਾ ਰਹੀ ਹੈ। ਲੰਬੇ ਪਾਵਰ ਕੱਟ ਦਾ ਯੁੱਗ ਕਹਿੰਦੇ ਵਾਪਸ ਆ ਗਿਆ, ਉਹ ਵੀ ਉਦੋਂ ਜਦੋਂ ਵਿਰੋਧੀ ਵੀ ਇਹ ਮੰਨਦੇ ਨੇ ਕਿ ਅਕਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਦੇ ਮਾਮਲੇ ਵਿੱਚ ਸਰਪਲਸ ਸੂਬਾ ਬਣਾਇਆ ਸੀ। ਕਹਿੰਦੇ ਆਮ ਆਦਮੀ ਪਾਰਟੀ ਕੈਪਟਨ ਦੇ ਨਾਲ ਮਿਲੀ ਹੋਈ ਹੈ ਪਰ ਅਕਾਲੀ ਦਲ ਚੁੱਪ ਨਹੀਂ ਬੈਠੂਗਾ। ਬਿਕਰਮ ਸਿੰਘ ਮਜੀਠੀਆ ਨੇਤਾ ਪੰਜਾਬ ਦੇ ਵਿੱਚ ਬਿਜਲੀ ਦੇ ਸੰਕਟ ਤੇ ਪ੍ਰੈਸ ਕਾਨਫਰੰਸ ਕਰ ਦਿੱਤੀ। ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਜੋ ਐਮਰਜੈਂਸੀ ਹਾਲਾਤ ਬਣੇ ਨੇ ਉਸ ਬਾਰੇ ਹੁਣ ਪੰਜਾਬ ਸਰਕਾਰ ਦੀ ਪੋਲ ਖੁੱਲ ਗਈ ਹੈ। ਪੰਜਾਬ 'ਚ ਜਦੋਂ ਝੋਨੇ ਜਾਂ ਕਣਕ ਦੀ ਬਿਜਾਈ ਦਾ ਸਮਾਂ ਹੁੰਦਾ ਹੈ ਉਦੋਂ ਬਿਜਲੀ ਦੀ ਘਾਟ ਆ ਜਾਣ ਦਾ ਮਤਲਬ ਹੁੰਦਾ ਹੈ ਪੰਜਾਬ ਦੀ ਸਾਰੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦੇਣਾ। ਕਹਿੰਦੇ ਇਹਦੇ ਨਾਲ ਕਿਸਾਨੀ ਬਹੁਤ ਵੱਡੇ ਖਤਰੇ ਵਿੱਚ ਪੈ ਜਾਂਦੀ ਹੈ। 10 ਤੋਂ 15 ਘੰਟਿਆਂ ਦੇ ਕੱਟ ਰੋਜ਼ ਲੱਗ ਰਹੇ ਨੇ। ਹਾਲਾਂਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ 24 ਘੰਟੇ ਬਿਜਲੀ ਸਪਲਾਈ ਦੇਵਾਂਗੇ। 24 ਘੰਟੇ ਤੱਕ ਹੀ 10-12 ਘੰਟੇ ਵੀ ਬਿਜਲੀ ਸਪਲਾਈ ਪੂਰੀ ਨਹੀਂ ਆ ਰਹੀ। ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਸਾਰਿਆਂ ਨੂੰ ਆਪਣੇ ਦਫ਼ਤਰਾਂ ਦੇ AC ਬੰਦ ਕਰਨ ਲਈ ਕਹਿ ਦਿੱਤਾ ਹੈ ਪਰ ਆਪ AC ਦੇ ਥੱਲੇ ਬੈਠੇ ਨੇ। ਬਿਜਲੀ ਸਰਕਾਰ ਦੇ ਨਹੀਂ ਰਹੀ ਤਾਂ ਫਸਲ ਕਿਵੇਂ ਸਾਂਭੀ ਜਾਊਗੀ। ਇਸੇ ਦਰਮਿਆਨ ਆਮ ਆਦਮੀ ਪਾਰਟੀ ਨੇ ਵੀ 3 ਜੁਲਾਈ ਨੂੰ ਬਿਜਲੀ ਸੰਕਟ ਤੇ ਕੈਪਟਨ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। 3 ਜੁਲਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ 6ਵਾਂ ਫਾਰਮ ਘੇਰਨ ਦਾ ਐਲਾਨ ਕੀਤਾ ਗਿਆ ਹੈ। ਤੇ ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਇੱਕ ਨਵਾਂ ਹੀ ਬਿਆਨ ਦੇ ਦਿੱਤਾ ਹੈ। ਲੋਕਾਂ ਦੇ ਖਾਸ ਕਰਕੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਇਹ ਬਿਆਨ ਹੈ। ਕਹਿੰਦੇ ਨੇ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਉਹਨਾਂ ਕਿਹਾ ਕਿ ਇਸੇ ਸੈਸ਼ਨ ਦੇ ਵਿੱਚ ਸਰਕਾਰ ਬਿੱਲ ਲੈ ਕੇ ਆਵੇਗੀ ਜਦਕਿ ਕਿਸਾਨ ਨੇ ਜਿਹੜੇ ਉਹ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਨੇ। ਪੰਜਾਬ ਦੇ ਵਿੱਚ ਬਿਜਲੀ ਕੱਟਾਂ ਦੇ ਖਿਲਾਫ ਅਕਾਲੀ ਦਲ ਅਤੇ ਬੀਜੇਪੀ ਵਾਲਿਆਂ ਨੇ ਪ੍ਰਦਰਸ਼ਨ ਵੀ ਕੀਤਾ। ਮਲੋਟ ਦੇ ਵਿੱਚ ਅਕਾਲੀਆਂ ਨੇ ਸਖਤ ਪ੍ਰਦਰਸ਼ਨ ਕੀਤਾ ਤਾਂ ਪਠਾਨਕੋਟ ਦੇ ਵਿੱਚ ਬੀਜੇਪੀ ਨੇ ਕੈਪਟਨ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ। ਸੋ ਬਿਜਲੀ ਗੁੱਲ ਹੈ, ਲੋਕ ਸੜਕਾਂ ਤੇ ਹਨ। ਇਸੇ ਦਰਮਿਆਨ ਪੱਖੀਆਂ ਨੇ ਜਿਹੜੀਆਂ ਰਵਾਇਤੀ ਪੱਖੇ ਨੇ ਜਿਹੜੇ ਹਵਾ ਦੇਣ ਵਾਲੇ ਜਿਨ੍ਹਾਂ ਨੂੰ ਪੱਖੀਆਂ ਕਿਹਾ ਜਾਂਦਾ ਹੈ ਉਹ ਵੀ ਲੋਕਾਂ ਦੇ ਸੰਦੂਕੜੀਆਂ ਦੇ ਵਿੱਚੋਂ ਬਾਹਰ ਨਿਕਲ ਆਈਆਂ ਨੇ। ਤਸਵੀਰਾਂ ਪੰਜਾਬ ਦੇ ਵਿੱਚੋਂ ਅਜਿਹੀਆਂ ਦਿਖ ਰਹੀਆਂ ਨੇ ਕਿਉਂਕਿ ਬਿਜਲੀ ਦੇ ਲੰਬੇ ਕੱਟ ਨੇ। ਇਨਵਰਟਰ ਵੀ ਕਿੰਨਾ ਚਿਰ ਕੱਟਣਗੇ, ਇਨਵਰਟਰ ਵੀ ਆਪਣਾ ਦਮ ਤੋੜ ਰਹੇ ਨੇ ਤਾਂ ਲੋਕਾਂ ਨੂੰ ਹਵਾ ਲੈਣ ਦੇ ਲਈ ਪੱਖੀਆਂ ਨੇ ਜਿਹੜੀਆਂ ਰਵਾਇਤੀ ਉਹਨਾਂ ਦੇ ਨਾਲ ਹਵਾ ਝੱਲਣੀ ਪੈ ਰਹੀ ਹੈ। ਬਜ਼ੁਰਗਾਂ ਤੇ ਬੱਚਿਆਂ ਦਾ ਥੋੜਾ ਜ਼ਿਆਦਾ ਹਾਲ ਖਰਾਬ ਹੈ ਕਿਉਂਕਿ ਗਰਮੀ ਦੇ ਵਿੱਚ
ਪਾਰਾ ਇਸ ਕਦਰ ਵੱਧ ਗਿਆ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਗਰਮੀ ਪਰੇਸ਼ਾਨ ਕਰ ਰਹੀ ਹੈ ਹੁਣ ਇਸ ਮੌਸਮ ਦੇ ਵਿੱਚ, क्योंकि मानसून भी नहीं आ रही तो लोग परेशान हो रहे ने, किसान भी परेशान ने। फसल है जिहड़ी वो बीजनी है, उसनूं पानी देना है, पानी देण दे लई मोटरां जिहड़ियां वो चलाउणियां पै रहीआं ने, पर डीजल भी इन्ना महंगा है, किन्ना चिर मोटरां चलाउणगे। सो पंजाब दा सारा जिहड़ा वर्ग है वो परेशान है बिजली गुल होण तो बाद। मोहाली की गल कर लईए, साहिबजादा अजीत सिंह नगर मोहाली दे विच बिजली दे लंबे लंबे कट लग रहे ने। एक विकसित जिला मन्निया जांदा है मोहाली नूं, क्योंकि सरकार दे बथेरे मंत्री ने जिहड़े मोहाली शहर दे विच रहिंदे ने। चंडीगढ़ दे नाल लगदा शहर है पर इत्थे दिन रात बिजली दे कट लग रहे ने। एक खबर छपी है एक अखबार दे विच कि शिकायत केंद्र वालियां ने DSP दा फोन तक नहीं चुक्या। स्क्रीनशॉट वायरल होया पिया हुण सोशल मीडिया ते। पंजाब पुलिस दे DSP दे वल्लों बिजली ना आउण दी शिकायत करन दे लई लगातार बिजली शिकायत केंद्र ते फोन किया गया, पर दफ्तर च किसी ने फोन नहीं चुक्या, जिस तो बाद DSP ने बिजली विभाग नूं कीते गए फोनां दा स्क्रीनशॉट लैके सोशल मीडिया ग्रुप च पा दिता, जो कि वायरल हो रहा है। पटियाला तो खबर है जिथे पंजाब भर तो हज़ारां दी गिणती विच पहुंचे बिजली कामिਆਂ ने पटियाला दे विच पावरकॉम दे मुख दफ्तर दे तिन्ने गेटां नूं दफ्तर लगण सार घेर लिया। PSCB एंप्लॉयज़ जॉइंट फोरम विचलियां वख-वख बिजली मुलाजम जथेबंदियां दे इस सांझे रोस प्रोग्राम के दौरान पावर मैनेजमेंट खिलाफ रोस प्रगट करदियां मैनेजमेंट जॉइंट फोरम के नाल मन्नियां मंगां लागू करन तो टाला वट्टण दा इल्जाम लाया गया। इस प्रदर्शन नूं संबोधन करदियां मंग पत्र मुताबिक मंगां भी तुरंत मनण ते जोर दिंदियां लीडरां ने कई मामलिਆਂ उत्ते कैप्टन सरकार के खिलाफ तिखे वार भी कीते। कहा कि मैनेजमेंट ते पंजाब सरकार दे वल्लों वख-वख मसलिਆਂ ते घेसल वट्टण दी कोशिश की जा रही है, इस करके मुलाजम जथेबंदियां दे विच तिखा रोस पाया जा रहा है। इन्हां चेतावनी दित्ती है कि जे मैनेजमेंट ते सरकार दे कन्नां ते जूं ना सरकी तां असीं होर भी तिखा रोस मुजाहरा करांगे। ਇਹ खबर विदेश यात्रा ਦੇ ਨਾਲ जुड़ी हुई है, जिस ਨੂੰ सुन के विदेश खास करके यूरोप ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਾਈ ਕਰਨ ਦੇ ਲਈ ਜਾਣਾ ਚਾਹੁੰਦੇ ਨੇ, ਜਿਨ੍ਹਾਂ ਨੇ ਫੀਸਾਂ ਵਗੈਰਾ ਭਰ ਰੱਖੀਆਂ ਨੇ, ਉਹਨਾਂ ਦੇ ਲਈ ਜ਼ਰੂਰ ਰਾਹਤ ਵਾਲੀ ਖਬਰ ਹੈ, ਕਿਉਂਕਿ यूरोपियन यूनियन ਦੇ 7 ਦੇਸ਼ਾਂ ਤੇ स्विट्जरलैंड ने कोविशील्ड ਨੂੰ ਮਾਨਤਾ ਦੇ ਦਿੱਤੀ ਹੈ। यूरोप ਜਾਣ ਵਾਲਿਆਂ ਦੇ ਲਈ ਇਹ ਖਾਸ ਕਰਕੇ ਖੁਸ਼ਖਬਰੀ ਹੈ। ਜੇ ਤੁਸੀਂ ਉੱਥੇ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੀ ਇੱਕ ਰੁਕਾਵਟ ਹੈ ਜਿਹੜੀ ਜ਼रूर दूर हो गई है। यूरोपियन यूनियन के 7 मुल्कां ऑस्ट्रिया, जर्मनी, यूनान, स्लोवेनिया, आयरलैंड ते स्पेन के नाल स्विट्जरलैंड ने भी भारत की कोविशील्ड नूं मानता दे दी है, यानी कि जिन्हें कोविशील्ड वैक्सीन लई हुई है वो हुण इन्हां मुल्कां दे विच जा सकदे ने। पहला ये सी कि जिन्हां ने कोविशील्ड का टीका लवाया है वो बाहरले मुल्कां च नहीं जा सकते। यूरोप जाण दे लई ये प्रवानगी बहुत जरूरी सी। इस समय किसी भी देश की यात्रा के लिए वैक्सीन पासपोर्ट की जरूरत है। वैक्सीन पासपोर्ट की जिहड़ा नियम हैगा वो कई देशों ने अपना लिया हैगा इस नवे नियम नूं कि वैक्सीन लगी होनी जरूरी है, पर वैक्सीन जिहड़े मुल्क दे विच तुसीं जा रहे हो उत्थे जिहड़ी प्रवानित है वो वैक्सीन तुहाडी लगी होनी जरूरी है। अगली खबर है कि भारतीय विदेश मंत्रालय ने कहा है कि जेलों के विच बंद भारतीय कैदियों नूं पाकिस्तान छेती रिहा करे। भारत ने पाकिस्तान नूं यह कहा है कि पाकिस्तानी जेलों के विच बंद भारतीय नागरिकां ते लापता रखिया मुलाजमां दी छेती रिहाई ते घर वापसी लई राह पद्धरा करे पाकिस्तान। भारत ते पाकिस्तान ने जेलों के विच बंद कैदियां ते मछेरियां दी सूचियां एक दूसरे नूं दे दित्तियां ने। भारत ने पाकिस्तान तो भारतीय कैदियां, लापता रखिया मुलाजमां ते मछेरियां नूं जल्द रिहा करन ते उन्हां दी किश्तियां छड्डण दे लई भी कहा है। विदेश मंत्रालय ने जिहड़ा बयान जारी किया उसके मुताबिक भारत ते पाकिस्तान दे वल्लों 2008 के समझौते तहत हर साल 1 जनवरी ते 1 जुलाई नूं अजिहियां सूचियां एक दूसरे दे नाल सांझियां कीतियां जांदियां ने। विदेश मंत्रालय के मुताबिक भारत ने 271 पाकिस्तानी कैदियां ते 74 मछेरियां की सूची सौंपी है जिहड़े इधर बंद ने। इस तरह पाकिस्तान ने 51 कैदियां ते 558 मछेरियां की सूची सौंपी है जिन्हां बारे मन्निया जांदा कि वो भारतीय नागरिक ने। सरकार ने कोरोना महामारी नूं देखदਿਆਂ पाकिस्तान नूं सारे भारतीयों की सुरक्षा यकीनी बनाउण दी भी अपील की है। अगली खबर 26 जनवरी 2021 की ट्रैक्टर परेड के नाल जुड़ी हुई है। दिल्ली अदालत ने गणतंत्र दिवस मौके किसानां दी रोस रैली दौरान लाल किले दे विच जो भंनतोड़ दीआं घटनावां होईआं सी उस मामले दे विच 26 साला नौजवान नूं 5 दिनां दी पुलिस रिमांड दे विच भेज दिता है। बूटा सिंह नूं एक दिन पहला ही गिरफ्तार किया गया सी। बूटा सिंह दे खिलाफ इल्जाम लाया गया है कि उस दिन बूटा सिंह ने सरगर्म भूमिका निभाई सी।
ਪੰਜਾਬ ਦੇ ਤਰਨਤਾਰਨ ਤੋਂ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੂਟਾ ਸਿੰਘ ਦੇ ਸਿਰ ਤੇ 50,000 ਦਾ ਇਨਾਮ ਵੀ ਸੀ ਤੇ 5 ਮਹੀਨਿਆਂ ਤੋਂ ਪੁਲਿਸ ਇਸ ਨੂੰ ਭਾਲ ਰਹੀ ਸੀ। ਅਗਲੀ ਖਬਰ ਵੀ ਇਸੇ ਮਸਲੇ ਦੇ ਨਾਲ ਜੁੜੀ ਹੋਈ ਹੈ। ਲਾਲ ਕਿਲੇ ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਮਨਜ਼ੂਰ ਕੀਤੀ ਹੈ। ਅਦਾਲਤ ਵੱਲੋਂ 20 ਜੁਲਾਈ ਤੱਕ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। ਜੁਗਰਾਜ ਸਿੰਘ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਸੀ। ਪਿਛਲੇ ਦਿਨੀ ਪੁਲਿਸ ਨੇ ਜੁਗਰਾਜ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਜੁਗਰਾਜ ਦੇ ਸਿਰ ਤੇ 1 ਲੱਖ ਦਾ ਇਨਾਮ ਰੱਖਿਆ ਸੀ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਦੇ ਲਈ ਦਲ ਖਾਲਸਾ ਦੇ ਵੱਲੋਂ ਚਾਰਜੋਈ ਕੀਤੀ ਜਾ ਰਹੀ ਸੀ। ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਜੁਗਰਾਜ ਸਿੰਘ ਦੇ ਮੀਡੀਆ ਦੇ ਰੂਬਰੂ ਹੋਣ ਦੇ ਵੀ ਚਰਚੇ ਰਹੇ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਤੋਂ ਇੱਕ ਬੜੇ ਅਹਿਮ ਮੁੱਦੇ ਤੇ ਰਾਏ ਮੰਗੀ ਹੈ। ਰਾਏ ਮੰਗੀ ਹੈ ਕਿ ਕੀ ਸੰਸਦ ਵੱਲ ਮਾਰਚ ਹੱਥ ਬੰਨ੍ਹ ਕੇ ਕੀਤਾ ਜਾਵੇ। ਚੜੂਨੀ ਨੇ ਕਿਹਾ ਕਿ ਪੈਦਲ ਮਾਰਚ ਸੰਸਦ ਦੇ ਸ਼ੁਰੂ ਹੋਣ ਵਾਲੇ ਸੈਸ਼ਨ ਦੌਰਾਨ ਕੱਢਣ ਦੀ ਯੋਜਨਾ ਲਗਭਗ ਬਣਾਈ ਜਾ ਰਹੀ ਹੈ। ਮੋਰਚੇ ਦੇ ਆਗੂਆਂ ਨੂੰ ਮਾਰਚ ਹਿੰਸਕ ਹੋਣ ਦਾ ਖਦਸ਼ਾ ਹੈ। ਉਹਨਾਂ ਦੱਸਿਆ ਕਿ ਇਸ ਮਾਰਚ ਦੇ ਵਿੱਚ ਕਿਸਾਨ ਹੱਥ ਬੰਨ੍ਹ ਕੇ ਸ਼ਾਮਿਲ ਹੋ ਸਕਦੇ ਨੇ, ਪਰ ਉਹਨਾਂ ਨੇ ਇਸ ਤੇ ਕਿਸਾਨਾਂ ਦੀ ਰਾਏ ਮੰਗੀ ਹੈ ਕਿ ਕੀ ਇਸ ਤਰ੍ਹਾਂ ਆਪਾਂ ਨੂੰ ਕਰਨਾ ਚਾਹੀਦਾ ਹੈ। ਮਾਰਚ ਨੂੰ ਹਿੰਸਕ ਹੋਣ ਤੋਂ ਬਚਾਉਣ ਦੇ ਲਈ ਹੱਥ ਬੰਨ੍ਹ ਕੇ ਮਾਰਚ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੁਲਿਸ ਜਿਹੋ ਜਿਹਾ ਵੀ ਮਰਜ਼ੀ ਸਾਡੇ ਨਾਲ ਵਰਤਾ ਕਰੇ, ਪਰ ਕਿਸਾਨ ਅੱਗੋਂ ਕੋਈ ਕਾਰਵਾਈ ਨਹੀਂ ਕਰਨਗੇ। ਇਸ ਕਰਕੇ ਹੱਥ ਬੰਨ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ। ਚੜੂਨੀ ਨੇ ਰਾਏ ਇਕੱਠੀ ਕਰਕੇ ਮੋਰਚੇ ਦੇ ਆਗੂਆਂ ਨੂੰ ਦਿੱਤੇ ਜਾਣ ਬਾਰੇ ਕਿਹਾ ਤੇ ਰਾਏ ਮੰਨਣਾ ਜਾਂ ਨਾ ਮੰਨਣਾ ਉਹਨਾਂ ਕਿਹਾ ਕਿ ਮੋਰਚੇ ਦੇ ਲੀਡਰਾਂ ਦੀ ਆਪਣੀ ਮਰਜ਼ੀ ਹੋਏਗੀ, ਪਰ ਇਸ ਮਸਲੇ ਦੇ ਉੱਤੇ ਮੈਂ ਤੁਹਾਡੀ ਸਭ ਦੀ ਰਾਏ ਲੈਣਾ ਚਾਹੁੰਦਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵੱਲੋਂ ਕਿਸਾਨਾਂ ਦੇ ਅੰਦੋਲਨ ਤੇ ਵੱਡੇ ਇਲਜ਼ਾਮ ਲਾਉਣ ਤੋਂ ਬਾਅਦ ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਕਿਸਾਨੀ ਅੰਦੋਲਨ ਤੇ ਨਿਸ਼ਾਨਾ ਕੱਸਿਆ। ਕਿਹਾ ਕਿ ਅੰਦੋਲਨ ਦੇ ਨਾਂ ਤੇ ਕਿਸਾਨ ਹਿੰਸਕ ਹੋ ਰਹੇ ਨੇ। ਮਹਾਤਮਾ ਗਾਂਧੀ ਦੇ ਦੇਸ਼ ਵਿੱਚ ਹਿੰਸਕ ਅੰਦੋਲਨ ਨਹੀਂ ਚੱਲ ਸਕਦੇ। ਕਿਸਾਨ ਹਰ ਜਗ੍ਹਾ ਹਿੰਸਾਤਮਕ ਗਤੀਵਿਧੀਆਂ ਕਰਦੇ ਨੇ, ਇਹ ਇਲਜ਼ਾਮ ਲਾਇਆ ਹੈ। ਇਸ ਤੇ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਦੇਸ਼ ਦਾ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਕਿਸਾਨ ਕਿਸੇ ਦੀ ਵੀ ਇੱਜ਼ਤ ਉਤਾਰ ਦਿੰਦੇ ਨੇ, ਕਿਸੇ ਨੂੰ ਵੀ ਧੱਕੇ ਮਾਰ ਦਿੰਦੇ ਨੇ, ਕਿਸੇ ਤੇ ਵੀ ਜ਼ੁਲਮ ਕਰ ਦਿੰਦੇ ਨੇ, ਕਿਸੇ ਦੇ ਵੀ ਕੱਪੜੇ ਪਾੜ ਦਿੰਦੇ ਨੇ। ਕਹਿੰਦੇ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਅਜਿਹਾ ਹੀ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਤਾ ਸੀ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਿਸਾਨ ਮੋਰਚੇ ਦੇ ਵਿੱਚ ਔਰਤਾਂ ਦੇ ਨਾਲ ਬਲਾਤਕਾਰ ਹੁੰਦੇ ਨੇ। ਇਸ ਮਸਲੇ ਤੇ ਕਿਸਾਨ ਮੋਰਚੇ ਦੇ ਲੀਡਰਾਂ ਨੇ ਤਿੱਖਾ ਬਿਆਨ ਜਾਰੀ ਕੀਤਾ, ਤਿੱਖਾ ਜਵਾਬ ਦਿੱਤਾ ਹੈ। ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਲਜ਼ਾਮ ਬਿਲਕੁਲ ਹੀ ਬੇਬੁਨਿਆਦ ਹੈ। ਇਹ ਜਿਹੜਾ ਬਿਆਨ ਹੈ ਬਹੁਤ ਹੀ ਝੂਠਾ ਹੈ ਤੇ ਮੋਰਚਾ ਇਸ ਦੀ ਨਿਖੇਧੀ ਕਰਦਾ ਹੈ। ਅੰਦੋਲਨ ਦੀ ਸ਼ੁਰੂਆਤ ਤੋਂ ਹੀ ਸਪਸ਼ਟ ਹੈ ਕਿ ਵੱਖ-ਵੱਖ ਸੂਬਿਆਂ ਤੋਂ ਮੁਜ਼ਾਹਰਾਕਾਰੀਆਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਹਰਿਆਣਾ ਦੀ ਬੀਜੇਪੀ ਤੇ ਜੇਜੇਪੀ ਦੀ ਸਰਕਾਰ ਸੀ ਜੋ ਕਿਸਾਨਾਂ ਦੇ ਲਗਾਤਾਰ ਵਿਰੁੱਧ ਹੈ, ਪਹਿਲੇ ਦਿਨ ਤੋਂ ਵਿਰੁੱਧ ਹੈ ਅਤੇ ਕਿਸਾਨਾਂ ਦੇ ਵਿਰੁੱਧ ਇਹ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ। ਹੁਣ ਤਾਂ ਅਜਿਹੇ ਬਿਆਨ ਜਾਰੀ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਕਹਿੰਦੇ ਕਿਸਾਨਾਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਇੱਜ਼ਤ ਕਰਨ ਦੀ ਬਜਾਏ ਇਸ ਸਰਕਾਰ ਨੇ ਸਾਡੇ ਅਧਿਕਾਰਾਂ ਤੇ ਹੱਕਾਂ ਨੂੰ ਅਣਗੌਲਿਆ ਕੀਤਾ ਤੇ ਜੇ ਚੁਣੇ ਹੋਏ ਆਗੂ ਲੋਕਾਂ ਵਿੱਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੱਚਮੁੱਚ ਹੀ ਸੁਣਨਾ ਚਾਹੁੰਦੇ ਨੇ ਤਾਂ ਫਿਰ ਕਿਸਾਨਾਂ ਦੇ ਵਿਰੋਧ ਦਾ ਉਹਨਾਂ ਨੂੰ ਇੰਨਾ ਡਰ ਕਿਉਂ ਹੈ। ਕਿਸਾਨ ਮੋਰਚੇ ਦੇ ਲੀਡਰਾਂ ਨੇ ਕਿਹਾ ਹੈ, ਸਪਸ਼ਟ ਕੀਤਾ ਹੈ ਕਿ ਅਸੀਂ ਕਾਨੂੰਨ ਰੱਦ ਹੋਣ ਤੱਕ ਬੀਜੇਪੀ ਤੇ ਜੇਜੇਪੀ ਲੀਡਰਾਂ ਦਾ ਹਰਿਆਣਾ ਦੇ ਵਿੱਚ ਇਸੇ ਤਰ੍ਹਾਂ ਵਿਰੋਧ ਕਰਦੇ ਰਹਾਂਗੇ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਯਾਦ ਦਿਵਾਇਆ ਹੈ ਕਿ ਮੋਰਚਾ ਲਾ ਕੇ ਕਿਸਾਨ ਹਾਲੇ ਵੀ ਬੈਠੇ ਨੇ। ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਦੇਸ਼ ਦੀ ਰਾਜਧਾਨੀ ਨੂੰ ਕਿਸਾਨ ਘੇਰ ਕੇ ਬੈਠੇ ਨੇ, ਫਿਰ ਵੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਰਹੀ। ਟਿਕੈਤ ਨੇ ਕਿਹਾ ਕਿ ਕਿਸਾਨ ਵੀ ਪਿੱਛੇ ਨਹੀਂ ਹਟਣ ਵਾਲੇ। ਇਸ ਵਕਤ ਦੇਸ਼ ਤੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੈ। ਇਹਨਾਂ ਨੂੰ ਦੇਸ਼ ਦੀ ਜਨਤਾ, ਵਪਾਰੀ, ਕਿਸਾਨ ਤੇ ਮਜ਼ਦੂਰਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਟਿਕੈਤ ਨੇ ਸਾਫ਼ ਕੀਤਾ ਹੈ, ਅਸੀਂ ਪਿੱਛੇ ਨਹੀਂ ਹਟਾਂਗੇ। ਪਿੱਛੇ ਹਟਣਾ ਸਾਡੀ ਡਿਕਸ਼ਨਰੀ ਦੇ ਵਿੱਚ ਹੀ ਨਹੀਂ ਹੈ। ਜਿਸ ਤਰ੍ਹਾਂ ਫੌਜਾਂ ਮੋਰਚੇ ਤੇ ਹੁੰਦੀਆਂ ਨੇ, ਗੋਲੀਆਂ ਖਾਂਦੀਆਂ ਨੇ, ਉਸੇ ਤਰ੍ਹਾਂ ਅਸੀਂ ਵੀ ਮੋਰਚੇ ਤੇ ਹਾਂ ਤੇ ਲੜ ਰਹੇ ਹਾਂ। ਟਿਕੈਤ ਨੇ ਕਿਹਾ ਕਿ ਅੰਦੋਲਨ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਅੱਗੇ ਵਧਾ ਰਹੀਆਂ ਨੇ। ਇਹ ਇੱਕ ਵਿਚਾਰਕ ਕ੍ਰਾਂਤੀ ਹੈ। ਵਿਚਾਰਕ ਕ੍ਰਾਂਤੀ ਆਈ ਹੈ, ਉਸਨੇ ਬਦਲਾਅ ਕੀਤੇ ਨੇ ਤੇ ਵਿਚਾਰਾਂ ਤੋਂ ਵੱਡਾ ਕੋਈ ਹਥਿਆਰ ਨਹੀਂ ਹੁੰਦਾ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ 30 ਜੂਨ ਨੂੰ ਗਾਜ਼ੀਪੁਰ ਬਾਰਡਰ ਤੇ ਬੀਜੇਪੀ ਦੇ ਗੁੰਡਿਆਂ ਨੇ ਕਿਸਾਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਸਟੇਜ ਖੋਣ ਦੀ ਕੋਸ਼ਿਸ਼ ਕੀਤੀ, ਉਹਨਾਂ ਸਾਰੀਆਂ ਘਟਨਾਵਾਂ ਦੀ ਉੱਤਰ ਪ੍ਰਦੇਸ਼ ਪੁਲਿਸ ਜ਼ਿੰਮੇਵਾਰੀ ਲਵੇ। ਵਿਰੋਧ ਕਰ ਰਹੇ ਕਿਸਾਨਾਂ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਉਸ ਸ਼ਿਕਾਇਤ ਦੇ ਆਧਾਰ ਤੇ ਬੀਜੇਪੀ ਦੇ ਗੁੰਡਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ।
ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਦੂਸਰੇ ਦਿਨ ਮੌਜੂਦਾ ਤੇ ਸਾਬਕਾ ਵਿਧਾਇਕਾਂ ਨੂੰ ਲੰਚ ਤੇ ਸੱਦਿਆ, ਜਿਸ ਦੇ ਚੱਲਦਿਆਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਸੀ ਤੇ ਮੁੱਖ ਮੰਤਰੀ ਰੁੱਸੇ ਹੋਏ ਵਿਧਾਇਕਾਂ ਨੂੰ ਲੰਚ ਦੇ ਬਹਾਨੇ ਬੁਲਾ ਕੇ ਆਪਣੀ ਲੌਬੀ ਮਜ਼ਬੂਤ ਕਰ ਰਹੇ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਬੈਠਕ ਕੀਤੀ ਹੈ। ਦੂਸਰੇ ਪਾਸੇ ਪੰਜਾਬ 'ਚ ਮੁੱਖ ਮੰਤਰੀ ਵੀ ਆਗੂਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ, ਜਿਸ ਬਾਰੇ ਟਵੀਟ ਕਰਕੇ ਮੁੱਖ ਮੰਤਰੀ ਨੇ ਆਪਣੀ ਲੰਚ ਡਿਪਲੋਮੇਸੀ ਬਾਰੇ ਸਪਸ਼ਟ ਕੀਤਾ। ਕਿਹਾ ਕਿ ਮੈਂ ਸ਼ਹਿਰੀ ਇਲਾਕਿਆਂ ਤੋਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰੇ ਦੇ ਲਈ ਤੇ ਆਪਣੀ ਪ੍ਰਤੀਕਿਰਿਆ ਦੇਣ ਦੇ ਲਈ ਮੀਟਿੰਗ ਕੀਤੀ ਹੈ। ਆਗੂਆਂ ਨੇ ਮੁੱਖ ਮੰਤਰੀ ਦਾ ਉਹਨਾਂ ਸਾਰੇ ਚੰਗੇ ਕੰਮਾਂ ਦੇ ਲਈ ਧੰਨਵਾਦ ਕੀਤਾ ਜੋ ਕਾਂਗਰਸ ਸਰਕਾਰ ਉਹਨਾਂ ਦੀ ਅਗਵਾਈ ਵਿੱਚ ਵਿਸ਼ੇਸ਼ ਕਰਕੇ ਸ਼ਹਿਰੀ ਇਲਾਕਿਆਂ ਦੇ ਵਿੱਚ ਕਰ ਰਹੀ ਹੈ। ਸੋ ਕੈਪਟਨ ਨੇ ਲੰਚ ਡਿਪਲੋਮੇਸੀ ਤੇ ਟਵੀਟ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ। ਮੋਗਾ ਤੋਂ ਖਬਰ ਹੈ, ਜਿੱਥੇ ਹਾਦਸਾ ਵਾਪਰਿਆ ਹੈ। ਕਾਰ ਛੱਪੜ ਦੇ ਵਿੱਚ ਪਲਟ ਗਈ, 2 ਔਰਤਾਂ ਤੇ 1 ਬੱਚੀ ਦੀ ਮੌਤ ਹੋ ਗਈ। ਧਰਮਕੋਟ ਜਲੰਧਰ ਕੌਮੀ ਸ਼ਾਹਰਾਹ ਉੱਤੇ ਪਿੰਡ ਜਲਾਲਾਬਾਦ ਪੂਰਬੀ ਦੇ ਵਿੱਚ 2 ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਸੜਕ ਕਿਨਾਰੇ ਛੱਪੜ ਦੇ ਵਿੱਚ ਜਾ ਕੇ ਪਲਟ ਗਈ ਤੇ ਕਾਰ ਵਿੱਚ ਸਵਾਰ 2 ਸਕੀਆਂ ਭੈਣਾਂ ਤੇ 1 ਬੱਚੀ ਦੀ ਮੌਤ ਹੋ ਗਈ। ਕਾਰ ਸਵਾਰ 3 ਹੋਰ ਲੋਕ ਜ਼ਖਮੀ ਹੋ ਗਏ। ਪੀੜਤ ਪਰਿਵਾਰ ਜ਼ੀਰਾ ਤੇ ਮੁਕਤਸਰ ਦੇ ਰਹਿਣ ਵਾਲੇ ਸੀ, ਆਪਸੀ ਰਿਸ਼ਤੇਦਾਰ ਸਨ। ਹਾਦਸਾ ਤੜਕੇ ਕਰੀਬ 4 ਵਜੇ ਵਾਪਰਿਆ 1 ਜੁਲਾਈ ਦੇ ਦਿਨ। ਡੀਐਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਕਾਰ 'ਚ ਸਵਾਰ 6 ਲੋਕਾਂ 'ਚੋਂ 2 ਸਕੀਆਂ ਭੈਣਾਂ ਤੇ ਉਸਦੀ 3 ਸਾਲ ਦੀ ਧੀ ਤੇ ਅੰਜਲੀ ਵਾਸੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰੀ ਕਾਰ ਵਿੱਚ ਸਵਾਰ ਲੋਕ ਕਾਰ ਛੱਡ ਕੇ ਹੀ ਫਰਾਰ ਹੋ ਗਏ। ਪੀੜਤ ਪਰਿਵਾਰ ਮੋਗਾ ਨੇੜੇ ਪਿੰਡ ਲੋਹਾਰਾ ਦੇ ਦਰਗਾਹ ਤੋਂ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਦੂਸਰੀ ਕਾਰ ਦੇ ਵਿੱਚ 3 ਨੌਜਵਾਨ ਸਵਾਰ ਸੀ, ਜਿਹੜੇ ਕਿ ਮੌਕੇ ਤੋਂ ਭੱਜ ਗਏ। ਲੋਕਾਂ ਮੁਤਾਬਿਕ ਜੇ ਕਾਰ ਛੱਪੜ ਦੇ ਵਿੱਚ ਨਾ ਡਿੱਗਦੀ ਤਾਂ ਹੋਰ ਵੀ ਜਾਨੀ ਨੁਕਸਾਨ ਹੋਣਾ ਸੀ, ਕਾਰ ਨੂੰ ਅੱਗ ਲੱਗ ਸਕਦੀ ਸੀ। 1 ਜੁਲਾਈ ਹੋਣ ਕਰਕੇ ਪੂਰੇ ਦੇਸ਼ ਦੇ ਵਿੱਚ ਡਾਕਟਰ ਡੇ ਮਨਾਇਆ ਗਿਆ, ਪਰ ਪੰਜਾਬ ਦੇ ਵਿੱਚ ਡਾਕਟਰ ਦਿਵਸ ਦੇ ਮੌਕੇ ਡਾਕਟਰ ਹੜਤਾਲ ਤੇ ਰਹੇ। ਡਾਕਟਰਾਂ ਦੀ ਹੜਤਾਲ ਦੇ ਕਾਰਨ ਸਾਰਾ ਦਿਨ ਓਪੀਡੀ ਸੇਵਾਵਾਂ ਵੀ ਬੰਦ ਰਹੀਆਂ। 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਵਿਰੋਧ ਡਾਕਟਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਡਾਕਟਰ ਦਿਵਸ ਮੌਕੇ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਤੇ ਹਸਪਤਾਲਾਂ ਦੇ ਵਿੱਚ 3 ਘੰਟੇ ਲਈ ਰੋਸ ਦੇ ਵਜੋਂ ਓਪੀਡੀ ਤੇ ਆਪਰੇਸ਼ਨ ਥੀਏਟਰ ਸੇਵਾਵਾਂ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਬੰਦ ਰੱਖੀਆਂ ਗਈਆਂ। ਇਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਐਮਰਜੈਂਸੀ, ਇੰਡੋਰ ਕੋਵਿਡ ਮਹਾਮਾਰੀ, ਮੈਡੀਕੋ ਲੀਗਲ ਅਤੇ ਪੋਸਟਮਾਰਟਮ ਨਾਲ ਸੰਬੰਧਿਤ ਸੇਵਾਵਾਂ ਚਾਲੂ ਰੱਖੀਆਂ। ਇਹਨਾਂ 'ਚ ਵਿਘਨ ਨਹੀਂ ਪੈਣ ਦਿੱਤਾ। ਸਰਕਾਰੀ ਮੈਡੀਕਲ ਤੇ ਡੈਂਟਲ ਕਾਲਜ ਪਟਿਆਲਾ ਦੇ ਵਿੱਚ ਤੈਨਾਤ ਫੈਕਲਟੀ ਅਤੇ ਰੈਜ਼ੀਡੈਂਟ ਡਾਕਟਰਾਂ ਦੇ ਵੱਲੋਂ ਜਨਰਲ ਬਾਡੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਡਾਕਟਰਾਂ ਦਾ ਐਨਪੀਏ ਪਹਿਲਾਂ ਦੀ ਤਰ੍ਹਾਂ 25% ਕਰਕੇ ਮੁੱਢਲੀ ਤਨਖਾਹ ਦਾ ਹਿੱਸਾ ਨਾ ਮੰਨਣ ਸਮੇਤ ਬਾਕੀ ਭੱਤੇ ਬਹਾਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਰੋਸ ਜਾਰੀ ਰਹੇਗਾ। ਡਾਕਟਰਾਂ ਨੇ ਵੱਖ-ਵੱਖ ਥਾਵਾਂ ਤੇ ਤਨਖਾਹ ਕਮਿਸ਼ਨ ਰਿਪੋਰਟ ਦੀਆਂ ਕਾਪੀਆਂ ਵੀ ਸਾੜੀਆਂ, ਜਿਹੜਾ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਲਾਗੂ ਕਰਨ ਦਾ ਐਲਾਨ ਕੀਤਾ ਹੈ। ਫਾਜ਼ਿਲਕਾ ਤੋਂ ਖਬਰ ਹੈ, ਜਿੱਥੇ ਪਿੰਡ ਲਾਧੂਕਾ ਦੇ ਵਿੱਚ ਫਿਰੋਜ਼ਪੁਰ ਦੇ ਸਾਬਕਾ ਸੰਸਦ ਮੈਂਬਰ ਤੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਦਾ ਕਿਸਾਨਾਂ ਨੇ ਵਿਰੋਧ ਕੀਤਾ। ਜ਼ੋਰਦਾਰ ਵਿਰੋਧ ਦੌਰਾਨ ਦੋਵਾਂ ਧਿਰਾਂ ਦੇ ਵਿੱਚ ਖਾਸੀ ਬਹਿਸ ਹੋਈ। ਕਿਸਾਨਾਂ ਨੇ ਸ਼ੇਰ ਸਿੰਘ ਘੁਬਾਇਆ ਮੁਰਦਾਬਾਦ ਦੇ ਨਾਅਰੇ ਵੀ ਲਾਏ। ਵਿਰੋਧ ਕਰਨ ਵਾਲੇ ਕਿਸਾਨਾਂ ਨੇ ਘੁਬਾਇਆ ਨੂੰ ਕਿਹਾ ਕਿ ਕਿਸਾਨ 7 ਮਹੀਨਿਆਂ ਤੋਂ ਟੋਲ ਪਲਾਜ਼ਿਆਂ ਤੇ ਬੈਠੇ ਨੇ, ਪਰ ਕਿਸਾਨਾਂ ਦੀ ਸਾਰ ਲੈਣ ਦੇ ਲਈ ਪੰਜਾਬ ਦਾ ਕੋਈ ਵੀ ਮੰਤਰੀ, ਵਿਧਾਇਕ, ਸਾਂਸਦ ਨਹੀਂ ਪਹੁੰਚਿਆ, ਸਗੋਂ ਸਿਆਸੀ ਰੋਟੀਆਂ ਅੰਦਰ ਖਾਤੇ ਬੈਠੇ ਸੇਕ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਅਸੀਂ ਸਾਰੇ ਸਿਆਸੀ ਲੀਡਰਾਂ ਦਾ ਪਿੰਡ ਦੇ ਵਿੱਚ ਦਾਖਲਾ ਬੰਦ ਕੀਤਾ ਹੋਇਆ। ਚੰਡੀਗੜ੍ਹ ਦੇ ਵਿੱਚ ਕੇਂਦਰੀ ਸਿੰਘ ਸਭਾ ਦੇ ਨਾਲ ਜੁੜੇ ਸਿੱਖ ਬੁੱਧੀਜੀਵੀਆਂ ਨੇ ਕਸ਼ਮੀਰੀ ਲੜਕੀ ਦੇ ਮੁਸਲਮਾਨ ਦੇ ਨਾਲ ਕਥਿਤ ਵਿਆਹ ਅਤੇ ਧਰਮ ਬਦਲੀ ਦੇ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਜੰਮੂ ਕਸ਼ਮੀਰ ਦੇ ਐਲਜੀ ਯਾਨੀ ਕਿ ਲੈਫਟੀਨੈਂਟ ਗਵਰਨਰ ਨੂੰ ਚਿੱਠੀ ਲਿਖੀ ਹੈ, ਚਿੱਠੀ ਲਿਖ ਕੇ ਧਰਮ ਬਦਲੀ ਵਿਰੋਧੀ ਕਾਨੂੰਨ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ, ਉਸ ਨੂੰ ਇਹਨਾਂ ਬੁੱਧੀਜੀਵੀਆਂ ਨੇ ਸੰਘ ਪਰਿਵਾਰ ਦੇ ਲਵ ਜਿਹਾਦ ਵਰਗੇ ਸਿਆਸੀ ਹਥਿਆਰ ਦੇ ਹੱਕ ਦੇ ਵਿੱਚ ਭੁਗਤਣ ਵਰਗਾ ਕਰਾਰ ਦਿੱਤਾ ਹੈ। ਬੁੱਧੀਜੀਵੀਆਂ ਨੇ ਕਿਹਾ ਕਿ 26 ਜੂਨ ਨੂੰ ਲਿਖੀ ਚਿੱਠੀ ਵਿੱਚ ਜਥੇਦਾਰ ਨੇ ਕਸ਼ਮੀਰੀ ਕੁੜੀਆਂ ਦੇ ਕੇਸ ਵਿੱਚ ਸੱਚਾਈ ਦੀ ਪੜਤਾਲ ਕੀਤੇ ਬਗੈਰ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ ਵਰਗੇ ਸਿੱਖ ਲੀਡਰਾਂ ਦੇ ਸਿਆਸੀ ਬਿਆਨਾਂ ਤੇ ਭਾਜਪਾ ਪੱਖੀ ਪ੍ਰਵਚਨਾਂ ਨੂੰ ਪੂਰਨ ਸੱਚ ਬਣਾ ਕੇ ਪੇਸ਼ ਕਰ ਦਿੱਤਾ ਹੈ। ਕਹਿੰਦੇ ਉਹਨਾਂ ਨੇ ਚਿੱਠੀ ਦੇ ਵਿੱਚ ਗਵਰਨਰ ਨੂੰ ਹਿਜ਼ ਐਕਸੀਲੈਂਸੀ ਕਹਿ ਕੇ ਸੰਬੋਧਨ ਕੀਤਾ, ਜਿਹੜਾ ਕਿ ਸਿੱਖਾਂ ਦੇ ਸਰਵਉੱਚ ਸਿਆਸੀ ਧਾਰਮਿਕ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਂਦਾ ਹੈ।
ਇਸ ਚਿੱਠੀ ਦੇ ਵਿੱਚ ਜਥੇਦਾਰ ਦੇ ਵੱਲੋਂ ਖਾਸ ਤੌਰ ਤੇ ਹਿਜ਼ ਐਕਸੀਲੈਂਸੀ ਲਿਖਿਆ ਗਿਆ ਹੈ। ਇਹ ਚਿੱਠੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਸਕਦੇ ਹੋ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖਾਂ ਲਈ ਹਰ ਵੱਡੇ ਤੋਂ ਵੱਡੇ ਦੁਨਿਆਵੀ ਅਹੁਦੇ ਤੋਂ ਉੱਪਰ ਨੇ ਤੇ ਸਿਰਫ ਅਕਾਲ ਪੁਰਖ ਦੀ ਵਡਿਆਈ ਨੂੰ ਸਮਰਪਿਤ ਨੇ। ਉਹਨਾਂ ਦੇ ਵੱਲੋਂ ਕਿਸੇ ਵੀ ਦੁਨਿਆਵੀ ਬੰਦੇ ਨੂੰ, ਕਿਸੇ ਵੀ ਦੁਨਿਆਵੀ ਅਹੁਦੇ ਨੂੰ ਹਿਜ਼ ਐਕਸੀਲੈਂਸੀ ਕਹਿਣਾ ਬਹੁਤ ਹੀ ਗਲਤ ਹੈ। ਬੁੱਧੀਜੀਵੀਆਂ ਨੇ ਕਿਹਾ ਕਿ ਚਿੱਠੀ ਦੀ ਸ਼ਬਦਾਵਲੀ ਤੋਂ ਇੰਜ ਲੱਗਦਾ ਹੈ ਜਿਵੇਂ ਕਿਸੇ ਬੀਜੇਪੀ ਦੇ ਸਿੱਖ ਲੀਡਰ ਨੇ ਦਿੱਲੀ ਵਿੱਚੋਂ ਹੀ ਡਰਾਫਟ ਚਿੱਠੀ ਦਾ ਤਿਆਰ ਕਰਕੇ ਭੇਜਿਆ ਹੋਵੇ। ਕਹਿੰਦੇ 2 ਦਿਨਾਂ ਬਾਅਦ ਉਸੇ ਹੀ ਤਰਜ਼ ਤੇ ਰਾਸ਼ਟਰੀ ਸਿੱਖ ਸੰਗਤ ਦੇ ਵੱਲੋਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਧਰਮ ਪਰਿਵਰਤਨ ਰੋਕਣ ਬਾਰੇ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ। ਬੁੱਧੀਜੀਵੀਆਂ ਨੇ ਕਿਹਾ ਕਿ ਅਸੀਂ ਜਥੇਦਾਰ ਨੂੰ ਅਪੀਲ ਕਰਦੇ ਹਾਂ ਕਿ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸਿਆਸੀ ਵਿਅਕਤੀਆਂ ਦੇ ਕਹਿਣ ਦੇ ਉੱਤੇ ਕਿਸੇ ਵੀ ਕੇਸ ਵਿੱਚ ਸਿੱਧਾ ਬਿਆਨ ਜਾਰੀ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਇਸ ਤਰ੍ਹਾਂ ਕਰਨਾ ਅਹੁਦੇ ਦੀ ਤੌਹੀਨ ਹੈ। ਸਟੇਟ ਬੈਂਕ ਆਫ ਇੰਡੀਆ ਸਣੇ ਭਾਰਤ ਦੀਆਂ 5 ਬੈਂਕਾਂ ਨੇ ਕੁਝ ਬਦਲਾਅ ਕੀਤੇ ਨੇ, ਜਿਹਦਾ ਅਸਰ ਤੁਹਾਡੇ ਸਭ ਤੇ ਪਏਗਾ। ਕੀ ਬਦਲਾਅ ਨੇ ਉਹ ਤੁਹਾਨੂੰ ਅਸੀਂ ਦੱਸਦੇ ਹਾਂ, ਜਿਹੜੇ ਕਿ 1 ਜੁਲਾਈ ਤੋਂ ਲਾਗੂ ਹੋ ਰਹੇ ਨੇ। SBI ਤੇ ਗਾਹਕ ਬ੍ਰਾਂਚ ਅਤੇ ATM ਦੇ ਰਾਹੀਂ ਸਿਰਫ 4 ਵਾਰੀ ਹੀ ਮੁਫਤ ਪੈਸੇ ਕਢਵਾ ਸਕਣਗੇ। ਉਸ ਤੋਂ ਬਾਅਦ ਜੇ 5ਵੀਂ ਟ੍ਰਾਂਜੈਕਸ਼ਨ ਤੁਸੀਂ ਕਰੋਗੇ ਤਾਂ ਬੈਂਕ 25 ਰੁਪਏ ਤੇ GST ਫੀਸ ਲਵੇਗਾ। ਅਗਲੀ ਬੈਂਕ ਹੈ ਸਿੰਡੀਕੇਟ ਬੈਂਕ। ਸਿੰਡੀਕੇਟ ਬੈਂਕ ਦਾ ਕੈਨਰਾ ਬੈਂਕ ਦੇ ਵਿੱਚ ਰਲੇਵਾਂ ਹੋਣ ਕਰਕੇ ਬੈਂਕ ਗਾਹਕਾਂ ਨੂੰ 1 ਜੁਲਾਈ ਤੋਂ ਨਵਾਂ IFSC ਕੋਡ ਜਿਹੜਾ ਹੈ ਉਹ ਵਰਤਣਾ ਪਵੇਗਾ। ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਅਪ੍ਰੈਲ 2020 ਦੇ ਵਿੱਚ ਯੂਨੀਅਨ ਬੈਂਕ ਦੇ ਵਿੱਚ ਰਲੇਵਾਂ ਹੋ ਗਿਆ ਸੀ। ਇਹਨਾਂ ਦੇ ਗਾਹਕਾਂ ਨੂੰ ਨਵੀਂ ਚੈੱਕ ਬੁੱਕ ਮਿਲ ਜਾਏਗੀ। ਐਕਸਿਸ ਬੈਂਕ ਨੇ ਬਚਤ ਖਾਤੇ ਵਿੱਚ ਘੱਟੋ-ਘੱਟ ਰਾਸ਼ੀ, ਟ੍ਰਾਂਜੈਕਸ਼ਨ ਲਈ ਫੀਸ 'ਚ ਵਾਧਾ ਅਤੇ ਮੈਸੇਜ ਫੋਨ ਦੇ ਉੱਤੇ ਮੈਸੇਜ ਹਾਸਲ ਕਰਨ ਦੇ ਲਈ ਵੀ ਫੀਸ ਵਧਾ ਦਿੱਤੀ ਹੈ। IDBI ਬੈਂਕ ਨੂੰ 1 ਜੁਲਾਈ ਤੋਂ ਇੱਕ ਚੈੱਕ ਦੇ ਲਈ 25 ਰੁਪਏ ਤੁਹਾਨੂੰ ਦੇਣੇ ਪੈਣਗੇ। ਲੀਫ ਤੋਂ ਬਾਹਰਲੇ ਚੈੱਕ ਦੇ ਲਈ 20 ਰੁਪਏ ਦੇਣੇ ਪੈਣਗੇ। ਕੈਨੇਡਾ ਦੇ ਵਿੱਚ ਇੱਕ ਵਾਰੀ ਫਿਰ 2000 ਬੇਪਛਾਣੀਆਂ ਕਬਰਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਨੇੜੇ ਮੈਦਾਨ ਦੇ ਵਿੱਚੋਂ 182 ਕਬਰਾਂ ਮਿਲੀਆਂ ਨੇ। ਹਾਲਾਂਕਿ ਦ ਲੋਅਰ ਕੂਟਨੇ ਬੈਂਡ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਕਬਰਾਂ ਸਕੂਲਾਂ ਦੇ ਸਾਬਕਾ ਵਿਦਿਆਰਥੀਆਂ ਦੀਆਂ ਨੇ, ਪਰ ਇਸ ਖੋਜ ਦੇ ਨਾਲ ਦੇਸ਼ ਦੇ ਵਿੱਚ ਬੇਪਛਾਣੀਆਂ ਕਬਰਾਂ ਵਾਲੀਆਂ ਥਾਵਾਂ ਦੇ ਵਿੱਚ ਹੋਰ ਵਾਧਾ ਹੋ ਗਿਆ। ਬੈਂਡ ਦੇ ਮੁਤਾਬਿਕ ਕੁਝ ਕਬਰਾਂ ਜ਼ਿਆਦਾ ਡੂੰਘੀਆਂ ਨਹੀਂ ਹਨ, ਸਿਰਫ 3 ਜਾਂ 4 ਫੁੱਟ ਡੂੰਘੀਆਂ ਹੀ ਪੁੱਟੀਆਂ ਹੋਈਆਂ ਨੇ। ਇਸ ਸਕੂਲ ਨੂੰ 1912 ਤੋਂ 1970 ਦੇ ਦਹਾਕੇ ਦੌਰਾਨ ਕੈਥੋਲਿਕ ਚਰਚ ਦੇ ਵੱਲੋਂ ਚਲਾਇਆ ਜਾਂਦਾ ਸੀ। ਇਹ ਕੈਨੇਡਾ ਸਰਕਾਰ ਦੇ ਵੱਲੋਂ ਮਾਲੀ ਸਹਾਇਤਾ ਪ੍ਰਾਪਤ 130 ਬੋਰਡਿੰਗ ਸਕੂਲਾਂ ਦੇ ਵਿੱਚੋਂ ਇੱਕ ਸੀ ਅਤੇ 19ਵੀਂ ਸਦੀ ਦੇ ਵਿੱਚ ਧਾਰਮਿਕ ਲੀਡਰਾਂ ਦੇ ਵੱਲੋਂ ਸਵਦੇਸ਼ੀ ਨੌਜਵਾਨਾਂ ਨੂੰ ਜਬਰਨ ਈਸਾਈ ਧਰਮ ਕਬੂਲ ਕਰਨ ਦੇ ਲਈ ਇਹਨਾਂ ਸਕੂਲਾਂ ਨੂੰ ਚਲਾਇਆ ਜਾਂਦਾ ਸੀ। ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਇਸ ਵਾਰੀ ਵੀ ਤੁਸੀਂ ਸਾਊਦੀ ਅਰਬ ਦੇ ਵਿੱਚ ਹੱਜ ਯਾਤਰਾ ਨਹੀਂ ਕਰ ਸਕਦੇ। ਸਿਰਫ ਸਾਊਦੀ ਅਰਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਹੱਜ ਯਾਤਰਾ ਕਰਨ ਦੀ ਇਜਾਜ਼ਤ ਮਿਲੇਗੀ। ਕਰੋਨਾ ਦੇ ਕਰਕੇ ਪਿਛਲੇ ਸਾਲ ਵੀ ਵਿਦੇਸ਼ੀ ਲੋਕਾਂ ਨੂੰ ਇਜਾਜ਼ਤ ਨਹੀਂ ਮਿਲੀ ਸੀ, ਇਸ ਵਾਰ ਵੀ ਨਹੀਂ ਮਿਲੇਗੀ। ਸਰਕਾਰ ਨੇ ਕਿਹਾ ਹੈ ਕਿ ਅਸੀਂ ਮੱਕਾ ਅਤੇ ਮਦੀਨਾ ਦੇ ਜਿਹੜੇ ਲੋਕ ਹੈਗੇ ਨੇ ਉਹ ਸ਼ਰਧਾਲੂਆਂ ਦਾ ਸਵਾਗਤ ਕਰਨ ਦੇ ਲਈ ਤਿਆਰ ਹਾਂ, ਪਰ ਦੇਸ਼ ਤੋਂ ਬਾਹਰ ਕਿਸੇ ਨੂੰ ਵੀ ਹੱਜ ਯਾਤਰਾ ਦੇ ਲਈ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੋਏਗੀ। ਯਾਨੀ ਕਿ ਸਾਊਦੀ ਅਰਬ ਤੋਂ ਬਾਹਰਲੇ ਲੋਕਾਂ ਨੂੰ ਇਜਾਜ਼ਤ ਨਹੀਂ ਹੋਏਗੀ। ਸਿਰਫ 60,000 ਲੋਕ ਹੀ ਹੱਜ ਯਾਤਰਾ ਕਰ ਸਕਦੇ ਨੇ। ਲੋਕਾਂ ਨੂੰ ਬੋਤਲਾਂ ਦੇ ਵਿੱਚ ਜ਼ਮਜ਼ਮ ਯਾਨੀ ਕਿ ਪਵਿੱਤਰ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਏਗਾ। ਵਿਸ਼ਾਲ ਮਸਜਿਦ ਦੇ ਵਿੱਚ ਲੋਕਾਂ ਨੂੰ ਇੱਥੋਂ ਲੈ ਕੇ ਜਾਣ ਲਈ 800 ਛੋਟੇ ਇਲੈਕਟ੍ਰਿਕ ਵਾਹਨ ਲਾਏ ਜਾਣਗੇ। ਬਜ਼ੁਰਗਾਂ ਨੂੰ ਤੀਰਥ ਯਾਤਰਾ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ, ਇਸ ਕਰਕੇ ਵਾਹਨ ਲਾਏ ਜਾਣਗੇ। ਮਸਜਿਦ ਦੇ ਵਿਹੜੇ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ 5000 ਕਰਮਚਾਰੀ ਨਿਯੁਕਤ ਕਰ ਦਿੱਤੇ ਗਏ ਨੇ, ਜੋ ਮਸਜਿਦ ਬਾਹਰਲੇ ਵਿਹੜੇ ਅਤੇ ਅਹਾਤੇ ਦੇ ਹੋਰ ਥਾਵਾਂ ਨੂੰ ਦਿਨ ਦੇ ਵਿੱਚ 10 ਵਾਰੀ ਸਾਫ਼ ਕਰਨਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ ਅਤੇ ਅਫਵਾਹਾਂ ਤੋਂ ਬਚ ਕੇ ਰਹੋ। ਧੰਨਵਾਦ।